सारे जिहड़े भी इत्थे मीडिया भरा पहुंचे ने, मैं कल्ले कल्ले दा नाम लैण दी बजाय सारिਆਂ ਨੂੰ इकट्ठा ही जिहड़ा धन्नवाद करना चाहुंदा कि तुसीं जिहड़ी है साडी गल पहुंचाउण दी जिहड़ी कोशिश करदे हो, हर वार सानूं जिहड़ा मान सत्कार दिंदे हो। सो तुहाडा सारिਆਂ ਦਾ भी मान सत्कार होना ही आ। साडे दिलां दे विच सारिਆਂ ਨੂੰ धन्नवाद कहने आ कि तुसीं इत्थे पहुंचे हो ते भी सानूं अपनी गल रखण दा मौका दित्ता। सो जिहड़ी पिछले दिनी तुसीं देख रहे हो कि विवाद जिहड़ा बहुत ज़्यादा गुरु नानक मोदी खाने के जिहड़े सरप्रस्त बने बैठे आ बलजिंदर सिंह जिंदू जी, उन्हां नूं लैके जिहड़ा टीम दे विच वाले विवाद चल रहा, तुसीं बहुत सारे जिहड़े आ इंटरव्यू साडे भी देखे ते उन्हां दे भी देखे। सब तो पहला गल तां ये रखनी चाहुंदे आ कि जिहड़े साडी टीम वल्लों सवाल सीगे मेरे ते गुरिंदर प्रिंस वीर वालों उन्हां दे सामने रखे गए सी, लोकां दी कचहरी दे विच रखे गए सी, संगत दे चरनां च रखे गए सी। ਉਹਦਾ ਇੱਕ ਵੀ ਜਿਹੜਾ ਸਹੀ ਜਵਾਬ ਜਿਹੜਾ ਸਾਨੂੰ ਬਲਜਿੰਦਰ ਸਿੰਘ ਜਿੰਦੂ ਜੀ ਜਾਂ ਉਹਨਾਂ ਦੀ ਜਿਹੜੀ ਸੋ ਕਾਲਡ ਕੋਰ ਕਮੇਟੀ ਜਾਂ ਨਵੀਂ ਟੀਮ ਅਸੀਂ ਕਹਿ ਸਕਦੇ ਹਾਂ ਉਹਨਾਂ ਵੱਲੋਂ ਨਹੀਂ ਦਿੱਤੇ ਗਏ। ਤੇ ਜਿਹੜੇ ਉਹਨਾਂ ਵੱਲੋਂ ਗਲਤ ਮਤ ਐਵੇਂ ਹੀ ਊਲ ਜਲੂਲ ਚੱਕ ਕੇ ਐਲੀਗੇਸ਼ਨ ਲਗਾਏ ਗਏ ਆ, ਉਹਨਾਂ ਐਲੀਗੇਸ਼ਨ ਦਾ ਤੁਹਾਨੂੰ ਜਵਾਬ ਦੇਣ ਵਾਸਤੇ ਤੇ ਜਿਹੜੇ ਅਗਲੇ ਸਵਾਲ ਹੈ ਅਸੀਂ ਉਹਨਾਂ ਦੇ ਸਾਹਮਣੇ ਜਾਂ ਸੰਗਤ ਦੇ ਚਰਨਾਂ ਵਿੱਚ ਰੱਖਣਾ ਚਾਹੁੰਦੇ ਆ, ਉਹ ਅੱਜ ਅਸੀਂ ਜਿਹੜੀ ਗੱਲ ਕਰਨ ਆਏ ਆ। ਤੇ ਅਗਰ ਤੁਸੀਂ ਕੋਈ ਸਟਾਰਟਿੰਗ ਕਰਨਾ ਚਾਹੁੰਦੇ ਹੋ ਕੁਐਸਚਨ ਤੋਂ ਪਲੀਜ਼ ਤੁਸੀਂ ਕਰ ਸਕਦੇ ਹੋ, ਉਸ ਤੋਂ ਬਾਅਦ ਜਿਹੜੀ ਮੈਂ ਗੱਲ ਆਪਣੀ ਫਿਰ ਰੱਖਣੀ ਸਟਾਰਟ ਕਰੂੰਗਾ। ਭਾਜੀ ਆਪਣੀ ਰੱਖ ਪਹਿਲਾਂ ਆਪਣੀ ਗੱਲ ਸਾਰੀ ਆ। ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੋਈ ਹੈ ਜੀ ਘਾਟੇ ਦੀ, ਜਿਹੜਾ ਸਾਡੇ ਵੱਲੋਂ ਪੁੱਛਿਆ ਗਿਆ ਸੀਗਾ ਕਿ ਫਾਰਮਾਸਿਸਟ ਨੂੰ ਤੁਸੀਂ ਜਿਹੜੀਆਂ ਗਾਲਾਂ ਕਿਉਂ ਕੱਢਦੇ ਹੋ, ਤੇ ਉਹਨਾਂ ਨੇ ਕਿਹਾ ਵੀ ਮੈਨੂੰ ਘਾਟਾ ਪੈਂਦਾ 5 ਲੱਖ ਦਾ, ਮੈਂ ਫਾਰਮਾਸਿਸਟ ਨੂੰ ਗਾਲਾਂ ਕੱਢ ਕੇ ਭਜਾਨਾ, ਮੈਨੂੰ ਘਾਟਾ ਪੈਂਦਾ 4 ਲੱਖ ਦਾ, ਮੈਂ ਫਾਰਮਾਸਿਸਟ ਨੂੰ ਗਾਲਾਂ ਕੱਢ ਕੇ ਭਜਾਉਣਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜਾ ਐਲੀਗੇਸ਼ਨ ਲਗਾਇਆ ਗਿਆ ਸੀਗਾ 1 ਲੱਖ ਰੁਪਏ ਦਾ, ਉਹਨਾਂ ਦੇ ਜਿਹੜੇ ਆ ਬੰਦੇ ਆ, ਮੈਂ ਤੁਹਾਨੂੰ ਆ ਸਾਰੇ ਮੈਂ ਕਹੂੰਗਾ ਵੀ ਪਲੀਜ਼ ਜ਼ੂਮ ਕਰਕੇ ਤੁਸੀਂ ਦੇਖ ਸਕਦੇ ਹੋ, ਕਲਰ ਪ੍ਰਿੰਟ ਕਢਾਇਆ ਹੋਇਆ ਆ ਬੰਦਾ ਵੀਰ ਸਾਡਾ ਜਿਹੜਾ ਗੁਰਪਾਲ ਗਰੇਵਾਲ ਸਰਾਭਾ ਪੀਲੀ ਪੱਗ ਬੰਨੀ ਹੋਈ ਆ, ਉਹਨਾਂ ਦੇ ਨਾਲ ਬੈਠਾ ਬਲਜਿੰਦਰ ਸਿੰਘ ਜਿੰਦੂ ਜੀ ਦੇ। ਇਹ ਕੌਣ ਨੇ? ਉਹ ਦੱਸਦੇ ਆ ਕਿ ਸੋ ਕਾਲਡ ਸਾਡੀ ਕੋਰ ਕਮੇਟੀ ਹੈ, ਉਹਨਾਂ ਦੇ ਹਿਸਾਬ ਨਾਲ ਕੋਰ ਕਮੇਟੀ ਹੈ, ਸਾਡੇ ਹਿਸਾਬ ਨਾਲ ਸੋ ਕਾਲਡ ਕੋਰ ਕਮੇਟੀ ਹੈ। ਕਿਉਂਕਿ ਜਦੋਂ ਸਾਡੇ ਵੱਲੋਂ ਪੁੱਛਿਆ ਗਿਆ ਸੀਗਾ ਕਿ ਕੋਰ ਕਮੇਟੀ ਕਿੱਥੇ ਹੈ ਜਾਂ ਕੋਈ 7 ਮੈਂਬਰੀ ਕੋਰ ਕਮੇਟੀ ਬਣਾਈ ਜਾਵੇ, ਉਦੋਂ ਕੋਈ ਜਵਾਬ ਨਹੀਂ ਆਉਂਦਾ ਸੀਗਾ ਕਿ ਕੋਰ ਕਮੇਟੀ ਕਿੱਥੇ ਹੈ ਜਾਂ ਕੋਈ ਮੈਂਬਰ ਬਣਾਉਣੇ ਆ ਜਾਂ ਸਿੱਖ ਵੈਲਫੇਅਰ ਕੌਂਸਲ ਨੂੰ ਰਜਿਸਟਰ ਕਰਾਉਣਾ ਹੈ ਜਾਂ ਗੁਰੂ ਨਾਨਕ ਮੋਦੀ ਖਾਨੇ ਦੇ ਜਿਹੜੇ ਸੰਵਿਧਾਨ ਹੈ ਜਾਂ ਆਪਣਾ ਕੀ ਰੂਲ ਹੈ ਰੈਗੂਲੇਸ਼ਨ ਹੋਣਗੇ ਉਹ ਰਜਿਸਟਰ ਕਰਾਉਣਾ ਹੈ। ਸੋ ਗੁਰਪਾਲ ਗਰੇਵਾਲ ਜਿਹਦੀ ਮੈਂ ਜਿਹੜੀ ਵੀਰ ਜੀ ਦੀ ਰਿਕਾਰਡਿੰਗ ਤੁਹਾਨੂੰ ਸੁਣਾਉਣਾ ਚਾਹੂੰਗਾ ਕਿ ਇਹਨਾਂ ਵੱਲੋਂ ਕੀ ਕਿਹਾ ਗਿਆ ਹੈ, ਉਹ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਅਸੀਂ ਕੀ ਸਪਸ਼ਟੀਕਰਨ ਦੇਣਾ ਚਾਹੁੰਦੇ ਹਾਂ ਘਾਟੇ ਵਾਲੀ ਗੱਲ ਤੇ 1 ਲੱਖ ਵਾਲੀ ਗੱਲ ਤੇ। ਮਾਈਕ ਕੋਲ ਬੋਲ ਕਰ ਦੋ, ਬੋਲਿਓ ਕਰ ਦੋ, ਆਵਾਜ਼ ਚੱਕ ਲਓ, ਆਵਾਜ਼ ਚੱਕ ਲਓ। मेरी रिकॉर्डिंग है जी गरੇਵਾਲ साहब ਨਾਲ मैं गल कर ਇਹ ਪ੍ਰਿੰਸ ਵੀਰ ਦੀ ਰਿਕਾਰਡਿੰਗ ਹੈ ਤੇ ਐਂਡ ਵਿੱਚ ਤੁਹਾਨੂੰ ਪਤਾ ਲੱਗੂ ਕੀ ਗੱਲ ਹੁੰਦੀ ਹੈ। ਪਹਿਲਾਂ ਚੈਨਲ ਦੇ सर ये ऑडियो सानू दे दियो, तुसी अगे सवाल अपना रख दो, ਅੱਗੇ ਕਰੋ ਭਾਜੀ ਅੱਧੇ ਮਿੰਟ ਦੀ ਹੈ ਪਲੀਜ਼। ਇਹ ਤੁਸੀਂ ਸੁਣ ਸਕਦੇ ਹੋ ਵੀਰੋ, ਉਹਨੇ ਆਪ ਕਿਹਾ ਗਰੇਵਾਲ ਸਾਹਿਬ ਨੇ ਕਿ ਜਿੰਦੂ ਕਹਿੰਦਾ ਮੈਂ ਪਾਉਣੇ ਆ ਵੀ ਮੇਰੇ ਹਿੱਸੇ ਮੈਂ ਆਪ ਹੀ ਚੱਕ ਕੇ ਪੈਸੇ ਦੇ ਦਿੱਤੇ। ਜਿਹੜੀ ਤੁਸੀਂ ਸਾਰਿਆਂ ਨੇ ਉਹਨਾਂ ਦੀ ਮੀਡੀਆ ਗੱਲਬਾਤ ਸੁਣੀ ਹੋਊਗੀ, ਉਹਦੇ ਵਿੱਚ ਬਲਜਿੰਦਰ ਸਿੰਘ ਜਿੰਦੂ ਜੀ ਕਹਿ ਰਹੇ ਨੇ ਕਿ ਲੱਖ ਰੁਪਈਆ ਵਿਆਹ ਵਾਸਤੇ ਤਰਨਜੋਤ ਲੈ ਗਿਆ ਤੇ ਇਹਨੇ ਚੱਕ ਕੇ ਦੇਤਾ। ਜੋ ਉਹਨਾਂ ਨੇ ਇਹਦੇ ਬਾਰੇ ਡਰਾਈਵਰ ਵਾਲੀ ਗੱਲ ਕਹੀ ਗਈ ਆ ਉਹਦਾ ਵੀ ਜਵਾਬ ਦੇਵਾਂਗੇ। ਤੇ ਇਹ ਜਿਹੜਾ ਨਾਲ ਬੈਠੇ ਆ ਜੀ ਸਾਡੇ ਵੀਰ ਗੁਰਪਾਲ ਗਰੇਵਾਲ ਸਰਾਭਾ, ਇਹਨਾਂ ਦੀ ਪ੍ਰੈਸ ਜੀ ਨਾਲ ਗੱਲ ਹੋ ਰਹੀ ਆ ਤੇ ਸਾਫ਼ ਆਡੀਓ ਦੇ ਵਿੱਚ ਕਿਹਾ ਜਾ ਰਿਹਾ ਕਿ ਜਦੋਂ ਤਰਨਜੋਤ ਦੀ ਲੱਖ ਰੁਪਏ ਵਾਲੀ ਗੱਲ ਸਾਹਮਣੇ ਆਈ ਤੇ ਮੈਂ ਤਰਨਜੋਤ ਨੂੰ ਕਿਹਾ ਜਿੰਦੂ ਨੂੰ ਭੌਂਕਣ ਦੇ ਵੀ ਲੱਖ ਰੁਪਏ ਦਾ ਕੋਈ ਸਾਨੂੰ ਇੰਨਾ ਡਰ ਨਹੀਂਗਾ,
ਉਸ ਤੋਂ ਬਾਅਦ ਜਦੋਂ ਮੈਂ ਜਿੰਦੂ ਨੂੰ ਉੱਧਰ ਜਾ ਕੇ ਪੁੱਛਿਆ ਕਿ ਇਹ ਲੱਖ ਰੁਪਇਆ ਆਪਾਂ ਤਰਨਜੋਤ ਨੂੰ ਸਸਤਾ ਵਾਲਾ ਦੇਤਾ, ਤਾਂ ਰਿਕਾਰਡਿੰਗ ਦੇ ਵਿੱਚ ਸਾਫ਼ ਗਰੇਵਾਲ ਜੀ ਕਹਿ ਰਹੇ ਆ ਕਿ ਜਿੰਦੂ ਨੇ ਕਿਹਾ ਨਹੀਂ ਨਹੀਂ ਉਹ ਤਾਂ ਮੈਂ ਸੀਗਾ ਦਿੱਤਾ, ਮੈਂ ਵਿੱਚ ਪਾਉਣੇ ਨੇ। ਸੋ ਲੱਖ ਰੁਪਏ ਵਾਲੀ ਗੱਲ ਇੱਥੋਂ ਕਲੀਅਰ ਹੋ ਜਾਂਦੀ ਆ। ਦੂਜੀ ਗੱਲ, ਜਦੋਂ ਇਹ ਕਹਿੰਦੇ ਆ ਕਿ ਲੱਖ ਰੁਪਇਆ ਤਰਨਜੋਤ ਨੂੰ ਦੇਤਾ ਤੇ ਹੁਣ ਹਫ਼ਤੇ ਬਾਅਦ ਮੋੜਦਾ ਨਹੀਂ ਪਿਆ, ਸਾਡੀ ਕੋਰ ਕਮੇਟੀ ਨੂੰ ਜਦੋਂ ਪਤਾ ਲੱਗ ਗਿਆ ਕਿ ਲੱਖ ਰੁਪਇਆ ਅਸੀਂ ਵਾਪਸ ਲੈਣਾ ਹੈ, ਤੁਹਾਨੂੰ ਮੈਂ ਹਫ਼ਤੇ ਬਾਅਦ ਕਿਵੇਂ ਮੋੜ ਸਕਦਾ ਜਦ ਤੁਸੀਂ ਮੈਨੂੰ ਲੱਖ ਰੁਪਇਆ ਦੇਣ ਤੋਂ ਪਹਿਲਾਂ 15,000 3 ਮਹੀਨੇ ਦੀ ਵਿਆਜ ਕੱਟ ਕੇ 85,000 ਰੁਪਇਆ ਮੇਰੇ ਹੱਥ ਦੇ ਵਿੱਚ ਫੜਾ ਰਹੇ ਹੋ, ਤੇ ਮੈਂ ਤੁਹਾਨੂੰ ਲੱਖ ਰੁਪਇਆ ਜਿਹੜਾ ਉਹ 3 ਮਹੀਨੇ ਤੋਂ ਪਹਿਲਾਂ ਕਿੱਦਾਂ ਮੋੜ ਸਕਦਾ ਜੀ? ਤੁਸੀਂ ਮੈਨੂੰ ਮੀਡੀਆ ਵਾਲੇ ਸਾਰੇ ਇੱਥੇ ਪਹੁੰਚੋ, ਜਵਾਬ ਦੇ ਸਕਦੇ ਹੋ ਇਸ ਗੱਲ ਦਾ ਕਿ ਅਗਰ ਮੈਨੂੰ 3 ਮਹੀਨੇ ਦੀ ਕੋਈ ਐਡਵਾਂਸ ਮੇਰੇ ਤੋਂ ਵਿਆਜ ਲੈ ਰਿਹਾ ਤੇ ਮੈਂ ਉਹਨੂੰ 3 ਮਹੀਨੇ ਤੋਂ ਪਹਿਲਾਂ ਕਿੱਦਾਂ ਮੋੜ ਸਕਦਾ ਪੈਸੇ? 5% ਹਿਸਾਬ ਨਾਲ ਵਿਆਜ ਦਾ। ਬਿਲਕੁਲ ਜੀ ਬਿਲਕੁਲ। ਮੈਨੂੰ ਜਦੋਂ ਪਤਾ ਲੱਗਿਆ ਸੀ ਕਿ ਇਹਨਾਂ ਦਾ ਫਾਈਨਾਂਸ ਦਾ ਕੰਮ ਹੈ, ਮੈਂ ਉਦੋਂ ਪ੍ਰਿੰਸ ਵੀਰ ਨੂੰ ਵੀ ਕਿਹਾ ਸੀ, ਮੈਨੂੰ ਥੋੜੀ ਜਿਹੀ ਝਿਜਕ ਆਉਂਦੀ ਸੀ ਕਿਉਂਕਿ 31 ਮਾਰਚ ਤੋਂ ਪਹਿਲਾਂ ਦੀ ਗੱਲ ਹੈ, ਮੈਨੂੰ ਇਹਨਾਂ ਨੇ ਬਹੁਤ ਮਿੰਨਤਾਂ ਕੀਤੀਆਂ ਕਿ 31 ਮਾਰਚ ਆ ਗਈ ਹੈ ਯਾਰ, ਮੇਰੇ ਅਕਾਊਂਟਾਂ ਦੇ ਵਿੱਚ ਖਾਤੇ ਦੇ ਵਿੱਚ ਐਂਟਰੀਆਂ ਪਾ ਦੇ, 2 ਲੱਖ ਰੁਪਇਆ 3 ਲੱਖ ਰੁਪਇਆ। ਉਦੋਂ ਮੈਂ ਮਲੰਗ ਸੀ, ਉਦੋਂ ਮੈਂ ਨੰਗ ਸੀਗਾ। ਅੱਜ ਤੁਸੀਂ ਮਲੰਗ ਤੇ ਨੰਗ ਦੱਸਦੇ ਹੋ, ਤੇ ਉਹ ਪ੍ਰਿੰਸ ਵੀਰ ਨੂੰ ਪਤਾ ਕਿ ਮੈਨੂੰ ਝਿਜਕ ਆਉਂਦੀ ਸੀ, ਮੈਂ ਗੱਲ ਕਹਿਣੀ ਨਹੀਂ ਸੀ ਚਾਹੁੰਦਾ। ਪ੍ਰਿੰਸ ਵੀਰ ਨੇ ਕਿਹਾ ਕਿ ਜਿੰਦੂ ਵੀਰ ਦਾ ਫਰਾਂਸ ਦਾ ਕੰਮ ਆ, ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇ ਸਕਦੇ ਹੋ। ਜਦੋਂ ਉਹਨਾਂ ਨਾਲ ਮੈਂ ਗੱਲ ਕੀਤੀ, ਮੈਨੂੰ ਸਾਫ਼ ਕਿਹਾ ਗਿਆ ਕਿ 3 ਮਹੀਨੇ ਬਾਅਦ ਅਗਰ ਮੋੜਨੇ ਆ तो भी मेरा हिसाब ਤਾਂ ਬਹੁਤ ਸਟ੍ਰਿਕਟ ਹੈ ਤੇ ਮੈਂ 3 ਮਹੀਨੇ ਦੀ ਵਿਆਜ ਕੱਟ ਕੇ ਤੈਨੂੰ ਪੈਸੇ ਦੇ ਸਕਦਾ, ਤੇ ਮੈਂ ਮਨਜ਼ੂਰ ਕਰਦਾ ਸੀ। ਮੈਨੂੰ 85,000 ਰੁਪਇਆ 3 ਮਹੀਨੇ ਦੀ ਵਿਆਜ ਜਿਹੜੀ ਕੱਟ ਕੇ ਉਹ ਫੜਾਇਆ ਗਿਆ ਸੀਗਾ, ਤੇ ਅੱਜ ਮੈਂ ਲੱਖ ਰੁਪਇਆ ਜਿਹੜਾ ਉਹ ਕਿੱਦਾਂ ਮੋੜ ਸਕਦਾ ਜੀ ਹਫਤੇ ਦੇ ਵਿੱਚ? ਦੂਜੀ ਗੱਲ ਇਹ ਦੱਸਦੇ ਆ ਮਲੰਗ, ਮੈਂ ਤਾਂ ਹੋ ਗਿਆ ਵਿਆਹ ਹੋਇਆ, ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਇਹਦਾ ਵਿਆਹ ਮੈਨੇ ਪੈਸੇ ਮੰਗੇ, ਮੇਰਾ ਤਾਂ ਬਣ ਗਿਆ ਪਰਿਵਾਰ। ਤੇ ਮਲੰਗ ਕਿਹਨੂੰ ਕਹਿੰਦੇ, ਉਹਦੀ ਡੈਫੀਨੇਸ਼ਨ ਕੀ ਹੁੰਦੀ ਆ? ਸਾਰੇ ਮੀਡੀਆ ਵਾਲਿਆਂ ਨੂੰ ਪਤਾ, ਸਾਰੇ ਸਾਡੇ ਭਰਾਵਾਂ ਨੂੰ ਪਤਾ, ਸਾਰੀ ਦੁਨੀਆ ਜਾਣਦੀ ਆ ਕਿ ਛੜੇ ਛਲਾਂਗ ਬੰਦੇ ਨੂੰ ਮਲੰਗ ਕਿਹਾ ਜਾਂਦਾ। ਤੇ 10 ਦਾ ਪਰਿਵਾਰ ਬਣ ਗਿਆ, ਤੇ ਹੁਣ ਜਿੰਦੂ ਜੀ ਤੋਂ ਜਾ ਕੇ ਤੁਸੀਂ ਸਵਾਲ ਜਵਾਬ ਪੁੱਛ ਲਿਓ ਕਿ ਤੁਹਾਡਾ ਪਰਿਵਾਰ ਕਿੱਥੇ ਆ 10 ਦਿਨ, ਫਿਰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਲੱਗ ਜੂ ਕਿ ਮਲੰਗ ਕਿਹਨੂੰ ਕਹਿੰਦੇ ਆ, ਤੇ ਬਲਜਿੰਦਰ ਸਿੰਘ ਜਿੰਦੂ ਨੂੰ ਵੀ ਪਤਾ ਲੱਗ ਜੂ ਕਿ ਮਲੰਗ ਕਿਹਨੂੰ ਕਹਿੰਦੇ ਆ। ਮੈਂ ਸਾਰੇ ਮੀਡੀਆ ਵਾਲਿਆਂ ਨੂੰ ਰਿਕੁਐਸਟ, ਭਰਾਵਾਂ ਨੂੰ ਬੇਨਤੀ ਕਰੂੰ ਕਿ ਜਾ ਕੇ ਪੁੱਛੋ ਤੁਹਾਡਾ ਪਰਿਵਾਰ ਕਿੱਥੇ ਹੈ। ਉਸ ਤੋਂ ਬਾਅਦ ਜੀ ਮੈਨੂੰ ਕਿਹਾ ਗਿਆ ਵੀ ਇਹ ਮੇਰੀ ਗੱਡੀ ਚਲਾਉਂਦਾ ਸੀ। ਪਿਛਲੇ 2.5 ਮਹੀਨੇ ਪਹਿਲਾਂ ਮੈਨੂੰ ਆ ਕੇ ਮਿਲਿਆ। ਇੱਥੇ ਬਹੁਤ ਸਾਰੀਆਂ ਇਦਾਂ ਦੀਆਂ ਫੋਟੋ ਨੇ ਜਿਹਦੇ 'ਚ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ। ਦੇਖੋ, ਸਭ ਤੋਂ ਪਹਿਲੀ ਫੋਟੋ ਹੜ੍ਹਾਂ ਵੇਲੇ ਦੀ। ਸਾਰਿਆਂ ਨੂੰ ਪਤਾ ਹੋਊਗਾ ਕਿ ਹੜ੍ਹ ਅੱਜ ਤੋਂ ਮੇਰੇ ਖਿਆਲ ਨਾਲ ਸਤੰਬਰ ਜਾਂ ਅਗਸਤ ਸਤੰਬਰ ਦੀ ਗੱਲ ਆ, ਹੜ੍ਹਾਂ ਵੇਲੇ ਦੀ। ਆਹ ਤਰਨਜੋਤ ਸਿੰਘ ਜਾਣੀ ਕਿ ਮੈਂ ਉਹਨਾਂ ਦੇ ਨਾਲ ਖੜਾ ਹੜ੍ਹਾਂ ਵੇਲੇ ਦੀ ਫੋਟੋ ਹੈ, ਤੇ ਉਹ ਮੀਡੀਆ ਦੇ ਵਿੱਚ ਕਹਿ ਰਿਹਾ ਕਿ ਇਹ ਵੀਰ ਜਦੋਂ ਗੁਰੂ ਨਾਨਕ ਮੋਦੀਖਾਨਾ ਖੁੱਲਿਆ ਉਦੋਂ ਮੇਰੇ ਕੋਲ ਆਏ ਨੇ ਤੇ ਮੇਰੇ ਤੋਂ ਸੇਵਾ ਮੰਗੀ, ਤੇ ਮੈਂ ਇਹਨਾਂ ਨੂੰ ਗੁਰੂ ਨਾਨਕ ਮੋਦੀਖਾਨਾ ਹੈਂਡਓਵਰ ਕਰਤਾ ਸੇਵਾ ਵਾਸਤੇ। ਤੇ ਜੇ ਤੁਸੀਂ ਕਹਿੰਦੇ 2 ਮਹੀਨੇ ਪਹਿਲਾਂ ਤੁਹਾਡੇ ਕੋਲ ਅਸੀਂ ਆਏ ਆ, ਤੇ ਹੜ੍ਹਾਂ ਵਾਲੀ ਫੋਟੋ ਕਿੱਥੋਂ ਆ ਗਈ ਹੈ? ਮੈਂ ਤਾਂ ਨਹੀਂ ਕੱਢ ਕੇ ਲਿਆਇਆ, ਤੁਹਾਡੀ ਆਈਡੀ ਦੇ ਵਿੱਚੋਂ ਕੱਢੀ ਗਈ ਹੈ। ਸਰਦਾਰ ਬਲਜਿੰਦਰ ਸਿੰਘ ਜਿੰਦੂ ਜੀ, ਇਹ ਤੁਹਾਡੀ ਆਈਡੀ ਦੇ ਵਿੱਚੋਂ ਫੋਟੋ ਕੱਢੀ ਗਈ ਜਿਹੜੀ ਤੁਸੀਂ ਅਪਲੋਡ ਕੀਤੀ ਹੈ। ਤੇ ਤਰਨਜੋਤ ਇੱਥੇ ਨਾਲ ਖੜਾ ਕੀ ਕਰਦਾ ਹੈ? ਇਹਦਾ ਮਤਲਬ ਤੁਸੀਂ 7-8 ਮਹੀਨਿਆਂ ਤੋਂ ਜਾਂ ਸਾਲ 1.5 ਸਾਲ ਤੋਂ ਤੁਸੀਂ ਨੰਗਾ ਤੇ ਮਲੰਗਾ ਨੂੰ ਹੀ ਨਾਲ ਰੱਖਦੇ ਰਹੇ, ਜਿਨ੍ਹਾਂ ਨੂੰ ਤੁਸੀਂ ਨੰਗ ਦੇ ਅੱਜ ਮਲੰਗ ਦੱਸਦੇ ਹੋ। ਹੜ੍ਹਾਂ ਵੇਲੇ ਤੁਸੀਂ 55,000 ਰੁਪਇਆ ਮੇਰੀ ਡਿਊਟੀ ਲਾਈ ਸੀ ਕਿ 55,000 ਰੁਪਇਆ ਤੁਸੀਂ ਸੇਵਾ ਪਾਉਣੀ ਹੈ, ਇਕੱਠੀ ਕਰਕੇ ਪਾਓ, ਚਾਹੇ ਆਪਣੇ ਪੱਲਿਓ ਪਾਓ, ਮੈਂ ਨਹੀਂ ਲੈਣਾ ਦੇਣਾ। ਤੁਸੀਂ 55,000 ਰੁਪਇਆ ਤੁਹਾਡੀ ਜਿਹੜੀ ਡਿਊਟੀ ਲਾਤੀ। ਜੇ 55,000 ਰੁਪਇਆ ਤਰਨਜੋਤ ਸਿੰਘ ਦੀ ਡਿਊਟੀ ਲਾਈ ਗਈ, ਤੇ ਅੱਜ ਤਰਨਜੋਤ ਸਿੰਘ ਨੂੰ ਕਿਹਾ ਜਾਂਦਾ ਕਿ ਲੱਖ ਰੁਪਏ ਦੀ ਕ੍ਰੈਡੀਬਿਲਿਟੀ ਨਹੀਂ। ਜੇ ਤੁਸੀਂ ਲੋਕਾਂ ਦੀ ਡੋਨੇਸ਼ਨਾਂ ਖਾ ਕੇ, ਫਾਈਨੈਂਸ ਦੇ ਉੱਤੇ ਲੋਕਾਂ ਦੀਆਂ ਕਮੇਟੀਆਂ ਖਾ ਕੇ ਤੁਸੀਂ ਬਿਲਡਿੰਗਾਂ ਬਣਾ ਲਈਆਂ, ਘਰ ਬਣਾ ਲਿਆ, ਗੱਡੀਆਂ ਬਣਾ ਲਈਆਂ, ਤੇ ਅੱਜ ਤੁਸੀਂ ਲੋਕਾਂ ਨੂੰ ਮਲੰਗ ਦੱਸਦੇ ਹੋ, ਫਿਰ ਤੁਸੀਂ ਮਲੰਗਾਂ ਨੂੰ ਸੇਵਾ ਵਾਸਤੇ ਕਿਉਂ ਕਹਿੰਦੇ ਸੀ ਕਿ 55,000 ਰੁਪਇਆ ਸੇਵਾ ਪਾਓ? ਅੱਜ ਤੁਸੀਂ ਨੰਗਾ ਤੇ ਮਲੰਗਾਂ ਨੂੰ ਨਾਲ ਰੱਖਦੇ ਹੋ, ਹੁਣ ਤੁਸੀਂ ਕਹਿੰਦੇ ਹੋ ਨੰਗ ਤੇ ਮਲੰਗ ਨੇ। ਇਸ ਗੱਲ ਦੇ ਵਿੱਚ ਮੈਂ ਵੀ ਬੋਲਣਾ ਚਾਹੂੰਗੀ, ਜਿੱਦਾਂ ਕਿ ਵੀਰੇ ਨੇ ਹੁਣ ਦੱਸਿਆ ਕਿ ਅਗਸਤ ਸਤੰਬਰ ਦੇ ਵਿੱਚ ਪਿਛਲੇ ਸਾਲ ਜਦੋਂ ਹੜ੍ਹ ਆਏ ਸੀਗੇ, ਉਸ ਟਾਈਮ ਦੇ ਵਿੱਚ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਸੀਗਾ, ਡਿਊ ਟੂ ਕਿ ਮੇਰੀ ਵੀ ਆਪਣੀ ਹਸਰਤ ਐਨਜੀਓ ਦੇ ਨਾਮ ਤੋਂ ਐਨਜੀਓ ਦੇ ਪੇਸ਼ੈਂਟਸ ਦੀ ਹੈਲਪ ਕਰਦੀ ਆ, ਮੈਂ ਇਕੱਲੀ ਹਾਂ। ਮੈਨੂੰ ਫੋਨ ਲਾਈਵ ਦੇ ਉੱਤੇ ਕੰਟੈਕਟ ਕੀਤਾ ਗਿਆ, ਲਾਈਵ ਦੇ ਉੱਤੇ ਟੈਗ ਕਰਕੇ ਮੈਨੂੰ ਕੰਟੈਕਟ ਕੀਤਾ ਗਿਆ ਕਿ ਤੁਹਾਡੇ ਨਾਲ ਇੱਕ ਕੇਸ, ਪੇਸ਼ੈਂਟ ਦਾ ਕੇਸ ਹੈ, ਉਹ ਡਿਸਕਸ ਕਰਨਾ ਹੈ। ਚਲੋ ਉਹ ਕੇਸ ਵੀ ਹੋ ਗਿਆ, ਕੀਤਾ ਅਸੀਂ, ਉਹਦਾ ਸਾਨੂੰ ਰਿਵਰਟ ਬੈਕ ਇੰਨਾ ਕੁ ਫੀਡਬੈਕ ਇੰਨਾ ਗੰਦਾ ਮਿਲਿਆ ਕਿ ਐਕਸਪਲੇਨ ਕਰਨਾ ਬਹੁਤ ਔਖਾ ਹੈ ਜੀ। ਕਿਤੇ ਖੜਿਆ ਨਹੀਂ ਗਿਆ, ਸਿਰਫ ਕੇਸ ਸਾਨੂੰ ਹੈਂਡਓਵਰ ਕਰ ਦਿੱਤਾ ਗਿਆ। ਸਿਰਫ ਇੱਕ 20,000 ਦੀ ਡੋਨੇਸ਼ਨ ਆਈ, ਉਸ ਕੇਸ ਦੇ ਵਿੱਚ ਅਪਰੋਕਸੀਮੇਟ 2.5 ਲੱਖ ਦਾ ਖਰਚਾ ਆਇਆ ਸੀ, ਤੇ ਉਸ ਤੋਂ ਬਾਅਦ ਫੋਨ ਚੱਕਣੇ ਬੰਦ ਕਰ ਦਿੱਤੇ ਗਏ। ਤੇ ਉਸ ਤੋਂ ਬਾਅਦ ਜਦੋਂ ਹੜ੍ਹਾਂ ਦਾ ਟਾਈਮ ਆਇਆ, ਉਦੋਂ ਮੈਨੂੰ ਕੰਟੈਕਟ ਕੀਤਾ ਗਿਆ ਕਿ ਮੈਡਮ ਲਾਈਵ ਤੇ ਸਾਡੇ ਨਾਲ ਤੁਸੀਂ ਜੁੜੋ, ਡੋਨਰ ਜੁੜਨਗੇ। ਰਾਤੀ 2-2 ਵਜੇ ਮੈਨੂੰ ਫੋਨ ਕੀਤਾ ਜਾਂਦਾ ਸੀ, ਕਿਉਂ? NRIਆਂ ਨਾਲ ਫੋਨ ਤੇ ਗੱਲ ਕਰਨ ਲਈ, ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲੈਣ ਲਈ ਕਿ ਦੇਖੋ ਆਹ ਲੇਡੀ ਸਾਡੇ ਨਾਲ ਕੰਮ ਕਰ ਸਕਦੀ ਹੈ, ਤੁਸੀਂ ਸਾਡੇ ਤੇ ਟਰਸਟ ਕਰੋ। ਮੈਂ ਬੜੀ ਵਾਰ ਇਹ ਗੱਲ ਕਹੀ ਕਿ ਰਾਤ ਨੂੰ 2 ਵਜੇ 3 ਵਜੇ ਇੱਕ ਲੇਡੀ ਨੂੰ ਫੋਨ ਕਰਨ ਦਾ ਤੁਹਾਡਾ ਕੋਈ ਮਤਲਬ ਨਹੀਂ ਬਣਦਾ, ਤੁਸੀਂ ਸੇਵਾ ਲਈ ਗੱਲ ਕਰਨੀ ਹੈ, ਤੁਸੀਂ ਦਿਨ ਵੇਲੇ ਫੋਨ ਕਰੋ, ਇਸ ਵੇਲੇ ਮੈਨੂੰ ਫੋਨ ਨਹੀਂ ਕਰਨਾ। ਪਰ ਨਹੀਂ, ਉਹ ਚੀਜ਼ਾਂ ਨਹੀਂ ਹੋਈਆਂ, ਇਸ ਕਰਕੇ ਮੈਂ ਥੋੜਾ ਪਿੱਛੇ ਹਟ ਗਈ। ਤੇ ਜਦੋਂ ਹੜ੍ਹਾਂ ਵੇਲੇ ਮੈਂ ਨਾਲ ਗਈ, ਪਹਿਲੀ ਵਾਰ ਸਰਵੇ ਵੇਲੇ ਨਾਲ ਗਈ ਆ, ਉਸ ਵੇਲੇ ਮੈਂ ਉਹਨਾਂ ਦੇ ਨਾਲ ਪੂਰਾ ਦਿਨ ਰਹੀ ਆ, ਤੇ ਉਹਨਾਂ ਨੇ ਮੈਨੂੰ ਲਾਈਵ ਹੋਣ ਲਈ ਕਿਹਾ, ਬਟ ਲਾਈਵ ਦੇ ਵਿੱਚ ਤੁਸੀਂ ਫਰੰਟ ਤੇ ਨਹੀਂ ਆਓਗੇ,
ਲਾਈਵ ਦੇ ਵਿੱਚ ਫਰੰਟ ਦੇ ਉੱਤੇ ਸਿਰਫ ਮੈਂ ਹੀ ਰਹੂੰਗਾ। ਪਹਿਲੀ ਵਾਰ ਸਰਵੇ ਹੋਇਆ, ਮੈਂ ਕਿਤੇ ਨਹੀਂ ਸੀ, ਮੈਂ ਸਿਰਫ ਉਹਨਾਂ ਦਾ ਲਾਈਵ ਇੱਕ ਕੈਮਰਾਮੈਨ ਬਣ ਕੇ ਉਹਨਾਂ ਦਾ ਲਾਈਵ ਬਣਾਇਆ ਤੇ ਉਹਨਾਂ ਦੇ ਨਾਲ ਖੜੀ। ਦੂਜੀ ਵਾਰ ਜਦੋਂ ਜਾਇਆ ਗਿਆ ਉੱਥੇ ਜੀ ਕਿ ਹੁਣ ਫਾਈਨਲੀ ਡਿਸਾਈਡ ਕਰਨਾ ਕਿ ਕਰਨਾ ਕੀ ਹੈ, ਤੇ ਸੁਲਤਾਨਪੁਰ ਜੋ ਲੋਧੀ ਜਾਂਦੇ ਹੋਏ ਰਸਤੇ ਦੇ ਵਿੱਚ ਇਹ ਚੀਜ਼ਾਂ ਮੈਨੂੰ ਦੱਸੀਆਂ ਗਈਆਂ ਕਿ ਆਪਾਂ ਜਿਹੜਾ ਲਾਈਵ ਕੀਤਾ ਸੀਗਾ, NRI ਨਾਲ ਕੰਟੈਕਟ ਕੀਤਾ ਸੀਗਾ, 11 ਲੱਖ ਦੇ ਅਪਰੋਕਸੀਮੇਟ ਆਪਣੇ ਕੋਲ ਫੰਡ ਇਕੱਠਾ ਹੋ ਚੁੱਕਿਆ ਹੈ ਤੇ ਹੁਣ ਆਪਾਂ ਉੱਥੇ ਜਾ ਕੇ ਡਿਸਾਈਡ ਕਰਨਾ ਹੈ ਵੀ ਆਪਾਂ ਕਿੰਨੀ ਕੁ ਡੋਨੇਸ਼ਨ ਇੱਥੇ ਤੇ ਕਿੰਨੀਆਂ ਕੁ ਫੈਮਿਲੀਜ਼ ਨੂੰ ਦੇਣੀ ਹੈ। ਤੇ ਉਹ ਵਾਪਸੀ ਵੇਲੇ ਉੱਥੇ ਪੂਰਾ ਦਿਨ ਫੈਮਿਲੀਜ਼ ਨੂੰ ਮਿਲੇ, ਗੁਰਦੁਆਰਾ ਸਾਹਿਬ ਗਏ, ਸਾਰੀ ਜਗ੍ਹਾ ਜਿੱਥੇ ਜਿੱਥੇ ਵੀ ਸਰਪੰਚ ਸਾਹਿਬ ਨੂੰ ਮਿਲੇ, ਡਿਸਾਈਡ ਹੋਇਆ ਕਿ ਜੀ 21,000 ਰੁਪਇਆ ਪਰ ਫੈਮਿਲੀ ਨੂੰ ਦਿੱਤਾ ਜਾਏਗਾ। 21,000 ਪਰ ਫੈਮਿਲੀ ਇਹ ਡਿਸਾਈਡ ਹੋ ਗਿਆ ਸੀਗਾ 11 ਲੱਖ ਦੇ ਵਿੱਚੋਂ ਦੇਣ ਦਾ। ਤੇ ਜਦੋਂ ਉਹ ਪੈਸੇ ਵੰਡਣ ਜਾਣ ਦਾ ਟਾਈਮ ਆਇਆ ਤੇ ਮੈਨੂੰ ਦੱਸਿਆ ਨਹੀਂ ਗਿਆ, ਮੈਨੂੰ ਇਨਫੋਰਮ ਵੀ ਨਹੀਂ ਕੀਤਾ ਗਿਆ, ਮੈਨੂੰ ਇੱਕ ਵਾਰੀ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਗਿਆ ਕਿ ਅਸੀਂ ਇਹ ਚੀਜ਼ ਕਰਨ ਜਾ ਰਹੇ ਆ। ਮੈਂ ਵੀ ਸਿੱਖ ਵੈਲਫੇਅਰ ਕਾਉਂਸਲ ਦਾ ਇੱਕ ਹਿੱਸਾ ਸੀ, ਮੈਨੂੰ ਵੀ ਹਰ ਵੇਲੇ ਕੰਮ ਵੇਲੇ ਜਦੋਂ ਪਪੂਲਰ ਹੋਣਾ, ਫੇਸ ਵੈਲਿਊ ਬਣਾਣੀ, ਉਦੋਂ ਯੂਜ਼ ਕੀਤਾ ਜਾਂਦਾ ਸੀ, ਬਟ ਜਦੋਂ ਉਹ ਫੰਡ ਯੂਜ਼ ਕਰਿਆ ਜਾ ਰਿਹਾ ਉਦੋਂ ਮੈਨੂੰ ਪਿੱਛੇ ਕਰ ਦਿੱਤਾ ਜਾਂਦਾ ਸੀ ਕਿਉਂਕਿ ਮੇਰੇ ਸਵਾਲਾਂ ਤੋਂ ਸ਼ਾਇਦ ਉਹਨਾਂ ਨੂੰ ਡਰ ਲੱਗਦਾ ਸੀ। ਸਵਾਲ ਆਉਂਦਾ ਜਦੋਂ ਮੋਦੀ ਖਾਨਾ ਖੋਲਿਆ ਗਿਆ ਉਦੋਂ ਤੁਹਾਡੇ ਮਨ ਦੇ ਵਿੱਚ ਨਹੀਂ ਆਇਆ ਕਿ ਇਹ ਚੀਜ਼ ਨੂੰ ਐਕਸਪਲੋਰ ਕੀਤਾ ਜਾਵੇ? ਮੈਂ ਬਾਤ ਵਿਵਾਦ ਤੋਂ ਨਾ ਦੂਰ ਰਹਿਣਾ ਚਾਹੁੰਦੀ ਸੀ ਕਿਉਂਕਿ ਮੈਂ ਬੜੀ ਵਾਰ ਫੇਸ ਕਰ ਚੁੱਕੀ, ਮੇਰੇ ਫੋਨ ਕਾਲਸ ਨਹੀਂ ਅਟੈਂਡ ਕੀਤੇ ਜਾਂਦੇ ਸੀ, ਮੇਰੀ ਕਿਸੇ ਵੀ ਗੱਲ ਦੀ ਸੁਣਵਾਈ ਨਹੀਂ ਹੁੰਦੀ ਸੀ। ਮੈਂ ਮੋਦੀ ਖਾਨਾ ਖੁੱਲਿਆ ਜਿਸ ਦਿਨ, ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਮੈਨੂੰ ਪਤਾ ਚੱਲਿਆ, ਇਹਨਾਂ ਨੂੰ ਕਾਲ ਕੀਤੀ ਤੇ ਮੈਨੂੰ WhatsApp ਤੇ ਮੈਸੇਜ ਆਇਆ ਥੈਂਕਸ ਐਂਡ ਹੱਥ ਜੋੜ ਕੇ ਤੇ ਮੈਨੂੰ ਬਲੌਕ ਕਰ ਦਿੱਤਾ ਗਿਆ। ਨਾਲੇ ਦਾ ਇੱਥੇ ਗੁਰੂ ਨਾਨਕ ਮੋਦੀਖਾਨਾ ਖੋਲਿਆ ਗਿਆ, ਉਹ ਇਕੱਲਾ ਬਲਜਿੰਦਰ ਸਿੰਘ ਜਿੰਦੂ ਦਾ ਪ੍ਰੋਜੈਕਟ ਨਹੀਂ ਹੈਗਾ, ਇਹ ਸਾਰੀ ਕੌਮ ਦਾ, ਸਾਰੀ ਕਮਿਊਨਿਟੀ ਦਾ, ਸਾਰੇ ਪੰਜਾਬੀਆਂ ਦਾ ਸਾਂਝਾ ਪ੍ਰੋਜੈਕਟ ਸੀ। ਇਹ ਸੈਂਸਿਟਿਵ ਪ੍ਰੋਜੈਕਟ ਹੋਣ ਦੇ ਨਾਤੇ ਸਾਰੇ ਬੰਦਿਆਂ ਦੀ ਇਹੀ ਮਨਸ਼ਾ ਸੀ। ਇੱਕ ਪੰਜਾਬੀ ਦੀ ਬੜੀ ਪੁਰਾਣੀ ਕਹਾਵਤ ਆ, ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ। ਆਦਤਾਂ ਦਾ ਤਾਂ ਸਾਰਿਆਂ ਨੂੰ ਪਤਾ ਹੀ ਸੀ, ਆਦਤਾਂ ਤਾਂ ਕੋਈ ਨਹੀਂ ਛੁਪਿਆ ਸੀ। ਗੱਲ ਸਿਰਫ ਮਸਲਾ ਸਿਰਫ ਇੱਥੇ ਸੀ ਵੀ ਇਹ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਲੈ ਕੇ ਪ੍ਰੋਜੈਕਟ ਹੈ। ਜਦੋਂ ਕੋਈ ਬੰਦਾ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਇਦਾਂ ਦੀਆਂ ਕੋਝੀਆਂ ਹਰਕਤਾਂ ਕਰਦਾ ਤਾਂ ਉਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਦੂਜੇ ਨੰਬਰ ਤੇ ਮੈਨੂੰ ਇੱਥੇ ਡਰਾਈਵਰ ਦੱਸਿਆ ਜਾਂਦਾ। ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਮੈਂ ਡਰਾਈਵਰ ਵੀ ਹਾਂ, ਮੈਂ ਝਾੜੂਦਾਰ ਵੀ ਹਾਂ, ਮੈਂ ਨੌਕਰ ਵੀ ਹਾਂ, ਮੈਂ ਕੂਕਰ ਵੀ ਹਾਂ ਤੇ ਕਿਹਦਾ ਵਾ? ਗੁਰੂ ਨਾਨਕ ਦੇ ਘਰ ਦਾ। ਇਦੋਂ ਘਟੀਆ ਮਾਨਸਿਕਤਾ ਵਾਲਾ ਬੰਦਾ ਨਹੀਂ ਹੋ ਸਕਦਾ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਸਮਝਣ ਲੱਗ ਜਾਵੇ। ਜੇ ਤੁਹਾਨੂੰ ਕੋਈ ਵਹਿਮ ਤੇ ਬੰਸ਼ਾ ਨਾ, ਤੁਸੀਂ ਮੇਰੇ ਘਰੇ ਜਾ ਕੇ ਦੇਖੋ, ਜਿਹੜੀ ਗੱਡੀ ਤੁਸੀਂ ਚੱਕੀ ਫਿਰਦੇ ਹੋ ਨਾ, ਇਹ ਤੋਂ ਉੱਤੇ ਵਾਲਾ ਟੌਪ ਵਾਲਾ ਮਾਡਲ ਆ ਮੇਰੇ ਕੋਲੇ, ਤੇ ਬੜਾ ਹਾਸੋਹੀਣਾ ਵਾ ਇਹ ਵੀ ਇੱਕ ਜਿਹੜਾ ਡਰਾਈਵਰ ਆ ਉਹਦੇ ਕੋਲੇ ਟੌਪ ਮਾਡਲ ਗੱਡੀ ਹੋਵੇ ਤੇ ਜਿਹੜਾ ਮਾਲਕ ਬਣਿਆ ਫਿਰਦਾ ਉਹ ਬੇਸ ਮਾਡਲ ਗੱਡੀ ਲਈ ਫਿਰਦਾ ਹੋਵੇ। ਬਲਜਿੰਦਰ ਸਿੰਘ ਜਿੰਦੂ ਜੀ ਨੇ ਪ੍ਰਿੰਸ ਵੀਰ ਸਾਡੇ ਨੂੰ ਹਨਾ ਜਿਹੜਾ ਡਰਾਈਵਰ ਕਹਿ ਕੇ ਜਿਹੜਾ ਸੰਬੋਧਨ ਕੀਤਾ, ਵੈਸੇ ਤਾਂ ਮੈਂ ਕਹੂੰਗਾ ਵੀ ਇਹ ਉਹਨਾਂ ਦੀ ਜਿਹੜੀ ਬਹੁਤ ਘਟੀਆ ਮਾਨਸਿਕਤਾ, ਜਿਹੜੀ ਨੀਚੇ ਪੱਧਰ ਤੇ ਜਾ ਕੇ ਜਿਹੜੀ ਉਹ ਅੱਜ ਪੋਲਿਟਿਕਸ ਖੇਡ ਰਹੇ ਆ। ਸੋ ਅਸੀਂ ਇਹਨੇ ਨੀਵੇਂ ਪੱਧਰ ਤੇ ਜਾ ਨਹੀਂ ਸਕਦੇ ਕਿ ਡਰਾਈਵਰ ਦੱਸਦਾ, ਮੈਨੂੰ ਮਲੰਗ ਦੱਸਦਾ, ਨੰਗ ਦੱਸਦਾ, ਈਵਨ ਕਿ ਮੇਰੇ ਇਨ-ਲॉज ਤੱਕ ਉਹਨਾਂ ਨੇ ਜਿਹੜੀ ਆ ਭੱਦੀ ਸ਼ਬਦਾਵਲੀ ਵਰਤੀ ਹੈ। ਤੇ ਜੇ ਬਲਜਿੰਦਰ ਸਿੰਘ ਜਿੰਦੂ ਜੀ ਮੈਂ ਤੁਹਾਡੇ ਪੱਤੜੇ ਇਨ-ਲॉज ਨੂੰ ਲੈ ਕੇ ਬੋਲਣ ਤੇ ਆ ਗਿਆ ਤੇ ਤੁਸੀਂ ਜਿਹੜਾ ਮੀਡੀਆ ਤੋਂ ਮੂੰਹ ਬਚਾ ਕੇ ਭੱਜਣਾ, ਤੇ ਮੈਂ ਉਸ ਗੱਲ 'ਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਅਸੀਂ ਇਹਨਾਂ ਗਿਰ ਨਹੀਂ ਸਕਦੇ। ਇਹ ਪ੍ਰਿੰਸ ਵੀਰ ਨੂੰ ਡਰਾਈਵਰ ਦੱਸਦਾ ਸੀ ਨਾ, ਡਰਾਈਵਰਾਂ ਨੂੰ ਕੋਈ ਆਪਣੇ ਨਾਲ ਖੜ ਕੇ ਹਾਰ ਨਹੀਂ ਪਾਉਂਦਾ। ਜਦੋਂ ਇਹ ਜਲੰਧਰ ਤੋਂ ਵੀਰ ਆਏ ਨੇ ਕਿ ਗੁਰੂ ਨਾਨਕ ਮੋਦੀ ਖਾਨੇ ਦੀ ਸੇਵਾ ਬਹੁਤ ਜ਼ਿਆਦਾ ਤੁਸੀਂ ਵਧੀਆ ਕਰ ਰਹੇ ਹੋ, ਇਹ ਟੀਮ ਨੂੰ ਹਾਰ ਪਾਉਣ ਵਾਸਤੇ ਆਏ ਸੀਗੇ ਕਿ ਬਹੁਤ ਸੇਵਾ ਕਰ ਰਹੇ ਹੋ। ਤੇ ਜਿਹੜੇ ਬੰਦੇ ਨੰਗ ਤੇ ਮਲੰਗ ਨੇ ਉਹਨਾਂ ਨੂੰ ਕੋਈ ਹਾਰ ਨਹੀਂ ਪਾਉਂਦਾ। ਤਰਨਜੋਤ ਸਿੰਘ ਜੀ ਖੜੇ ਨੇ। ਜਿਹੜੇ ਬੰਦੇ ਡਰਾਈਵਰ ਹੁੰਦੇ ਨੇ ਉਹਨਾਂ ਨੂੰ ਕੋਈ ਹਾਰ ਨਹੀਂ ਪਾਉਂਦਾ। ਆ ਪ੍ਰਿੰਸ ਜੀ ਨਾਲ ਖੜੇ ਨੇ। ਤੇ ਜਿਹੜੀ ਵੀਡੀਓ ਅਸੀਂ ਪਹਿਲੀ ਅਪਲੋਡ ਕੀਤੀ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇਹ ਜਿਹੜੇ ਬੰਦੇ ਨੇ ਮੈਂ ਇਹਨਾਂ ਨੂੰ ਜਾਣਦਾ ਨਹੀਂ। ਜਿਹੜੀ ਸਾਡੀ ਪਹਿਲੀ ਵੀਡੀਓ ਤੁਸੀਂ ਸਾਰੇ ਮੀਡੀਆ ਵਾਲੇ ਦੇਖੀ ਵੀ ਅਸੀਂ ਸਿੱਖ ਵੈਲਫੇਅਰ ਕਾਉਂਸਲ ਤੋਂ ਕਿਨਾਰਾ ਕਰਦੇ ਹਾਂ, ਉਹਦੇ ਪਿੱਛੇ ਜਿੰਨੇ ਬੰਦੇ ਖੜੇ ਸੀ ਬਲਜਿੰਦਰ ਸਿੰਘ ਜਿੰਦੂ ਜੀ ਦਾ ਐਲੀਗੇਸ਼ਨ ਸੀ ਕਿ ਅਸੀਂ ਉਹਨਾਂ ਨੂੰ ਜਾਣਦੇ ਸੀ। ਆਹ ਖੜਾ ਮਨਦੀਪ ਪ੍ਰਿੰਸ ਵੀਰਾ, ਦੱਸੋ ਕਿੱਥੇ ਨਹੀਂ ਜਾਣਦੇ ਤੁਸੀਂ? ਆਹ ਮੈਂ ਤੁਹਾਨੂੰ ਫੋਟੋ ਜਿਹੜੀ ਆ ਹੋਰ ਦਿਖਾ ਦਿੰਦਾ। ਆਹ ਖੜਾ ਸਾਡਾ ਸ਼ਾਮੂ ਵੀਰਾ, ਦੱਸੋ ਤੁਸੀਂ ਕਿੱਥੇ ਨਹੀਂ ਜਾਣਦੇ? ਆਹ ਸਾਡੀ ਟੀਮ ਸਾਰੀ ਖੜੀ ਹੈ, ਮੈਂ ਤੁਹਾਨੂੰ ਫੋਟੋ ਦਿਖਾ ਦੇਣਾ ਵੀ ਜਿੱਥੇ ਇਹਨਾਂ ਨੇ ਕਿਹਾ ਗਿਆ ਕਿ ਮੈਂ ਨਹੀਂ ਜਾਣਦਾ, ਸਾਰੀ ਟੀਮ ਨੂੰ ਤੁਸੀਂ ਨਾਲ ਲੈ ਕੇ ਫਿਰਦੇ ਰਹੇ ਹੋ। ਉਦੋਂ ਤੁਹਾਨੂੰ ਇਹ ਟੀਮ ਨਹੀਂ ਜਾਣਦੀ ਸੀਗੀ। ਆਹ ਦੇਖ ਲਓ ਜੀ, ਇੱਥੇ ਮੈਨੂੰ ਜਾਣਦੇ ਬੰਦੇ ਵੀਰਾਂ ਦੀ ਫੋਟੋ। ਜਿਸ ਦਿਨ ਵੀਡੀਓ ਵਾਇਰਲ ਹੋਈ ਹੈ ਮੈਡੀਸਨ ਨੂੰ ਲੈ ਕੇ, ਜਿੱਥੋਂ ਇਸ ਵੀਡੀਓ ਤੋਂ ਬਹੁਤ ਜ਼ਿਆਦਾ ਹਾਈਪ ਮਿਲਿਆ ਗੁਰੂ ਨਾਨਕ ਮੋਦੀਖਾਨੇ ਪ੍ਰੋਜੈਕਟ ਨੂੰ, ਆ ਬਲਜਿੰਦਰ ਸਿੰਘ ਜਿੰਦੂ ਜੀ ਆਪ ਇਕੱਲੇ ਬੰਦੇ ਦੀ ਇੰਟਰੋਡਕਸ਼ਨ ਕਰਾ ਰਹੇ ਆ ਸਾਰੇ ਆਵਾਮ ਨੂੰ, ਸਾਰਿਆਂ ਲੋਕਾਂ ਨੂੰ। ਅੱਜ ਤੁਸੀਂ ਕਹਿੰਦੇ ਹੋ ਕਿ ਮੈਂ ਕਿਸੇ ਨੂੰ ਜਾਣਦਾ ਨਹੀਂ। ਜਦੋਂ ਕੋਈ ਤੁਹਾਡੇ ਤੋਂ ਸਵਾਲ ਪੁੱਛੇ ਉਦੋਂ ਤੁਸੀਂ ਕਿਸੇ ਨੂੰ ਜਾਣਦੇ ਨਹੀਂ। ਇਹ ਤੁਸੀਂ ਕਹਿਣਾ ਤੁਹਾਡੀ ਇਹ ਸਾਰੀ ਟੀਮ ਲਾਗੂ ਹੋ ਗਈ। ਟੀਮ ਬਲਜਿੰਦਰ ਜਿੰਦੂ ਇਸ ਟਾਈਮ ਲੈ ਕੇ ਪ੍ਰਚਾਰ ਕਰ ਰਹੇ ਨੇ, ਲੋਕਾਂ ਨੂੰ ਜਵਾਬ ਦੇ ਰਹੇ, ਤੁਹਾਡਾ ਜਵਾਬ ਦੇ ਰਹੇ ਆ, ਉਹ ਟੀਮ ਕਿਹੜੀ ਹੈ? ਸਰ ਉਹਨਾਂ ਨੂੰ ਪਹਿਲਾਂ ਇਹ ਨਹੀਂ ਪੁੱਛਿਆ ਜਾਂਦਾ ਕਿ ਪਹਿਲਾਂ ਵਾਲੀ ਟੀਮ ਕਿੱਥੇ ਹੈ? ਤੁਸੀਂ ਤਾਂ 2 ਸਾਲ ਤੋਂ ਕੰਮ ਕਰ ਰਹੇ ਹੋ।
ਪਹਿਲੀ ਟੀਮ ਦੂਜੀ ਟੀਮ ਕਿੱਥੇ ਹੈ? ਟੀਮ ਹੈ ਹੀ ਨਹੀਂ ਉਹਦਾ ਤਰਨਜੋਤ ਤੁਹਾਨੂੰ ਆ ਸਬੂਤ ਦਿਖਾ ਰਹੇ ਆ ਨਾ ਵੀਰ, ਸਬੂਤ ਹੈ ਸਾਰੇ। ਆ ਸਾਰੇ ਸਬੂਤ ਪਹਿਲਾਂ ਦੇ ਨੇ ਨਾ। ਜਿਹੜੇ ਉਹਨਾਂ ਦੇ ਨਾਲ ਤੁਸੀਂ ਬਿਲਕੁਲ ਸਹੀ ਸਵਾਲ ਕੀਤਾ, ਜਿਹੜੇ ਅੱਜ ਉਹ ਨਾਲ ਬਿਠਾਈ ਬੈਠੇ ਨੇ ਵੀ ਉਹ ਟੀਮ ਕੌਣ ਹੈ ਹਨਾ, ਜੇ ਤੁਸੀਂ ਕਹਿੰਦੇ ਵੀ ਅਸੀਂ ਅੱਡ ਹੋ ਗਏ, ਉਹ ਟੀਮ ਕੌਣ ਹੈ? ਉਸ ਟੀਮ ਦੇ ਵਿੱਚੋਂ ਇੱਕ ਵੀ ਮੈਂਬਰ ਦੀ ਮੈਨੂੰ ਗੁਰੂ ਨਾਨਕ ਮੋਦੀਖਾਨੇ ਖੁੱਲੇ ਤੋਂ ਪਹਿਲਾਂ ਦੀ ਕੋਈ ਉਹਨਾਂ ਦੇ ਨਾਲ ਫੋਟੋ ਦਿਖਾ ਦਿਓ। ਸਿਰਫ 2 ਮੈਂਬਰ, ਇੱਕ ਤਾਂ ਅੰਮ੍ਰਿਤਪਾਲ ਸਿੰਘ ਜੀ ਤੇ ਦੂਜਾ ਜਿਹੜੇ ਪਿੱਛੇ ਬੈਠੇ ਆ ਬਲਵੀਰ ਸਿੰਘ ਜੀ। ਉਹ ਜਿਹੜੇ ਪਿੱਛੇ ਬੈਠੇ ਆ ਬਲਵੀਰ ਸਿੰਘ ਜੀ ਪੀਲੀ ਪੱਗ ਵਾਲੇ, ਜਿਸ ਦਿਨ ਪ੍ਰੈਸ ਕਾਨਫਰੰਸ ਹੋਈ ਆ ਮੇਰੇ ਕੋਲ ਰਿਕਾਰਡਿੰਗ ਪਈ ਆ, ਉਹ ਸਵੇਰੇ 8:30 ਕੇ 9 ਵਜੇ ਦਾ ਫੋਨ ਕਰਕੇ ਮੈਨੂੰ ਸਾਰੀ ਡਿਟੇਲ ਲੈ ਰਹੇ ਆ ਕਿ ਗੁਰੂ ਨਾਨਕ ਮੋਦੀਖਾਨਾ ਖੁੱਲਿਆ, ਅੱਡ ਕਿਉਂ ਹੋ ਗਏ, ਕੀ ਮਸਲਾ ਹੋਇਆ, ਕੀ ਸਾਰੀ ਕੋਈ ਗੱਲ ਸੀਗੀ, ਤੁਸੀਂ ਬੈਠੋ ਬਹਿ ਕੇ ਮਸਲਾ ਸੁਲਝਾ ਲੈਂਦੇ ਆ। ਉਦੋਂ ਤੱਕ ਤਾਂ ਉਹਨਾਂ ਨੂੰ ਲੱਖ ਰੁਪਏ ਦੀ ਗੱਲ ਨਹੀਂ ਪਤਾ ਸੀ। ਅੱਜ ਉਹ ਕਹਿੰਦੇ ਆ ਕਿ ਮੇਰੀ ਕੋਰ ਕਮੇਟੀ ਨੂੰ ਲੱਖ ਰੁਪਏ ਦੀ ਗੱਲ ਪਤਾ ਲੱਗੀ ਤੇ ਇਸ ਕਰਕੇ ਕੋਰ ਕਮੇਟੀ ਨੇ ਵਿਰੋਧ ਕੀਤਾ ਤੇ ਲੱਖ ਰੁਪਏ ਅਸੀਂ ਵਾਪਸ ਮੰਗ ਲਿਆ। ਸਵੇਰੇ ਤੁਹਾਡੀ 100 ਕਾਲਡ ਕੋਰ ਕਮੇਟੀ ਦਾ ਮੈਂਬਰ ਸਰਦਾਰ ਬਲਬੀਰ ਸਿੰਘ ਜੀ ਜਿਹੜੇ ਪਿੱਛੇ ਬੈਠੇ ਨੇ, ਉਹ 8:30 9 ਵਜੇ ਫੋਨ ਕਰਕੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਤਾਂ ਮੇਰੇ ਤੋਂ ਡਿਟੇਲ ਲੈ ਰਿਹਾ। ਉਹ ਕਾਹਦੀ ਕੋਰ ਕਮੇਟੀ ਹੈ ਜੀ ਦੱਸੋ, ਜਿਹੜੀ 2 ਸਾਲਾਂ ਤੋਂ ਗਰਾਊਂਡ ਲੈਵਲ ਤੇ ਨਹੀਂ ਉਤਰੀ। ਘਰੇ ਬਹਿ ਕੇ ਜੇ ਤੁਸੀਂ ਕਹਿੰਦੇ ਹੋ ਬਜ਼ੁਰਗ ਆ ਸਾਡੀ ਕੋਰ ਕਮੇਟੀ ਘਰੇ ਬਹਿ ਕੇ ਹੁਕਮ ਚਲਾ ਰਹੀ ਸੀ, ਤਾਂ ਸਤਿ ਸ੍ਰੀ ਅਕਾਲ ਇਹੋ ਜਿਹੀ ਕੋਰ ਕਮੇਟੀਆਂ ਨੂੰ। ਅਸੀਂ ਇਹੋ ਜਿਹੀ ਕੋਰ ਕਮੇਟੀ ਨਾਲ ਕੰਮ ਵੀ ਨਹੀਂ ਕਰ ਸਕਦੇ ਜਿਹੜੇ ਘਰੇ ਬਹਿ ਕੇ ਹੁਕਮ ਚਲਾਈ ਜਾਣ ਤੇ ਕਦੇ ਸਾਹਮਣੇ ਨਾ ਆਉਣ। ਸਾਨੂੰ ਪਤਾ ਹੀ ਨਹੀਂ ਉਹ ਕੋਰ ਕਮੇਟੀ ਕੌਣ ਹੈ, ਨਾ ਕਦੇ ਉਹ ਸਾਹਮਣੇ ਆਏ, ਨਾ ਕਦੇ ਸਾਨੂੰ ਉਹਨਾਂ ਦਾ ਕੋਈ ਪਤਾ ਵੀ ਉਹ ਮੈਂਬਰ ਹੈ ਵੀ ਜਾਂ ਨਹੀਂ ਵੀ ਹੈ। ਅੱਜ ਪਤਾ ਨਹੀਂ ਕਿਹੜੇ ਨਵੇਂ ਜਿਹੇ ਚੱਕ ਕੇ ਤੁਸੀਂ ਨਾਲ ਬਿਠਾ ਲਏ ਤੇ ਤੁਸੀਂ ਕਹਿੰਦੇ ਹੋ ਸਾਡੀ ਕੋਰ ਕਮੇਟੀ ਆ। ਦੂਜੀ ਗੱਲ, ਉਹਨਾਂ ਨੇ ਕਿਹਾ ਜੀ ਸਿੰਗਰਾਂ ਨੂੰ ਮਾੜਾ। ਜਗਪਾਲ ਵੀਰ ਬੈਠਾ, ਉਹਨਾਂ ਜਗਪਾਲ ਵੀਰ ਆਇਆ ਸੀ, ਇਸ ਗੱਲ ਤੋਂ ਉਹਨਾਂ ਨੇ ਮੁੱਦਾ ਚੱਕਿਆ। ਮੈਂ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਚੈਨਲ ਆ ਸਾਰਿਆਂ ਦਾ ਤਹਿ ਦਿਲ ਤੋਂ ਮੈਂ ਆਪਣਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਪਹੁੰਚੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਮੈਂ ਜਿੰਦੂ ਬਾਈ ਉਹਨਾਂ ਨੂੰ ਜਾਣਦਾ ਨਹੀਂ ਸੀਗਾ, ਬਟ ਮੇਰੀ ਪ੍ਰਿੰਸ ਉਹਨਾਂ ਨਾਲ ਯਾਰੀ ਸੀ, ਬਹੁਤ ਪਿਆਰ ਸੀ ਮੇਰਾ ਇਹਨਾਂ ਨਾਲ। ਔਰ ਇਹਨਾਂ ਨੇ ਸਾਰਿਆਂ ਨੇ ਸਲਾਹ ਕਰਕੇ ਮੈਨੂੰ ਆਪਣੇ ਉੱਥੇ ਗੁਰੂ ਨਾਨਕ ਮੋਦੀਖਾਨੇ ਦੇ ਵਿੱਚ ਬੁਲਾਇਆ। ਦੇਖੋ ਮੈਂ ਇੱਕ ਕਲਾਕਾਰ ਬੰਦਾ ਆ, ਕਲਾਕਾਰ ਆਪਣੀ ਰੋਜੀ ਰੋਟੀ ਕਮਾਉਂਦਾ ਆ, ਮੇਰੇ ਗਾਣੇ ਹਿੱਟ ਹੋਏ ਆ, ਮੈਨੂੰ ਬਹੁਤ ਪਿਆਰ ਦਿੱਤਾ ਔਰ ਚੈਨਲ ਵਾਲਿਆਂ ਨਾਲ ਮੇਰਾ ਹਮੇਸ਼ਾ ਹੀ ਪਿਆਰ ਰਹਿੰਦਾ, ਬਹੁਤ ਸਤਿਕਾਰ ਮੈਨੂੰ ਕਰਦੇ ਆ ਔਰ ਮੈਂ ਨਹੀਂ ਕਰਦਾ। ਪਰ ਜਿੰਦੂ ਜੀ ਨੂੰ ਮੈਂ ਇੱਕ ਗੱਲ ਪੁੱਛੂੰਗਾ ਕਿ ਕਿਸੇ ਨੂੰ ਲੱਚਰ ਕਹਿਣ ਦੇ ਲਈ ਉਹਨੇ ਮੈਨੂੰ ਲੱਚਰ ਲਫ਼ਜ਼ ਉਹਨੇ ਯੂਜ਼ ਕੀਤਾ ਕਿ ਉਹ ਲੱਚਰ ਗਾਏਗਾ ਔਰ ਲੱਚਰ ਗਾਣੇ ਗਾਉਂਦਾ। ਮੇਰਾ ਇੱਕ ਵੀ ਵਰਡ ਉਹ ਗਾਣਿਆਂ ਦੇ ਵਿੱਚ ਲੱਚਰ ਦਾ ਦਿਖਾ ਦੇਵੇ। ਮੇਰੇ ਗਾਣੇ ਉਹਨੀ ਬੂਸਟ ਹੁੰਦੇ ਆ, ਸ਼ੂਟ ਦਾ ਆਰਡਰ ਤੁਸੀਂ ਸੁਣਿਆ। ਔਰ ਮੈਂ ਇੱਕ ਗੱਲ ਹੋਰ ਕਹਿ ਦਿਆਂ ਕਿ ਉੱਥੇ ਪੱਤਰਕਾਰ ਵੀਰ ਨੇ ਮੈਨੂੰ ਕੁਐਸਚਨ ਪੁੱਟ ਕੀਤਾ, ਕੋਈ ਪੱਤਰਕਾਰ ਵੀਰ ਸੀਗਾ ਕਿ ਬਾਈ ਜੀ ਤੁਹਾਡਾ ਗਾਣਾ ਕਿਹੜਾ ਆ। ਮੈਂ ਨਾਲ ਇਹ ਵੀ ਗੱਲ ਕਹੀ ਕਿ ਦੇਖੋ ਇੱਥੇ ਮੈਂ ਗਾਣੇ ਗਾਉਣ ਨਹੀਂ ਆਇਆ, ਇੱਥੇ ਮੈਂ ਸਿਰਫ ਓਨਲੀ ਗੁਰੂ ਨਾਨਕ ਸਾਹਿਬ ਦੇ ਲਈ ਉਹਨਾਂ ਨੇ ਆਪਣਾ ਚਲੋ ਜੋ ਵੀ ਉਹਨਾਂ ਨੇ ਸਿਸਟਮ। ਬਾਕੀ ਇੱਕ ਗੱਲ ਹੋ ਰਿਹਾ, ਇਹਨਾਂ ਨੇ ਮੋਦੀਖਾਨੇ ਦਾ ਨਾਮ ਲੈ ਕੇ ਤੇ ਤੁਹਾਡੇ ਸਾਹਮਣੇ ਇਹ ਰੌਲਾ ਕੀ ਪੈ ਰਿਹਾ। ਦੇਖੋ ਇਹਨਾਂ ਦੀਆਂ ਟੀਮਾਂ ਅੱਡ ਹੋ ਗਈਆਂ, ਕਿਉਂ ਅੱਡ ਹੋਈਆਂ? ਔਰ ਇੱਕ ਇਹ ਪਰਸਨ ਜਿਹੜਾ ਇਹਨਾਂ ਨੂੰ ਗਾਲਾਂ ਕੱਢ ਰਿਹਾ, ਮੈਨੂੰ ਤਾਂ ਇੰਨਾ ਤਾਂ ਮੈਨੂੰ ਪ੍ਰੈਸੀ ਪਤਾ ਹੀ ਨਹੀਂ ਸੀਗਾ ਕਿ ਉਹ ਇਦਾਂ ਗਾਲਾਂ ਵੀ ਕੱਢਦਾ ਬੰਦਾ। ਔਰ ਗੁਰੂ ਨਾਨਕ ਸਾਹਿਬ ਵਾਲੇ ਬੰਦੇ ਤਾਂ ਇੰਨੀ ਹਲੀਮੀ ਵਾਲੇ ਹੁੰਦੇ ਆ, ਇੰਨੀ ਸਤਿਕਾਰ ਉਹਨਾਂ ਦੇ ਅੰਦਰ ਹੁੰਦਾ, ਇੰਨੀ ਨਿਮਾਣਤਾ ਹੁੰਦੀ ਆ। ਪਰ ਇਹ ਬੰਦਾ ਤਾਂ ਉਹਨੂੰ ਤਾਂ ਬੀਪੀ ਦੀਆਂ ਗੋਲੀਆਂ ਦੋ। ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤਾਂ ਬੀਪੀ ਕਾਫੀ ਹਾਈ ਹੁੰਦਾ। ਤੇ ਇਸ ਕਰਕੇ ਮੈਂ ਆਪਣੇ ਨੂੰ ਜਿੰਦੂ ਨੂੰ ਬੇਨਤੀ ਕਰਦਾ, ਆਪਣੇ ਵੀਰ ਨੂੰ, ਵੀ ਚੱਲ ਫਿਰ ਵੀ ਸਾਡਾ ਸਰਦਾਰ ਭਾਈ ਆ, ਮਾੜੀ ਮੋਟੀ ਸ਼ਰਮ ਕਰ। ਔਰ ਸਾਡਾ ਜਿਹੜਾ ਤੂੰ ਕਹਿੰਦਾ ਲੱਚਰ ਗਾਇਕ, ਤੈਨੂੰ ਪਤਾ ਲੱਚਰ ਗਾਇਕ ਕਿਹਨੂੰ ਕਹਿੰਦੇ ਆ? ਔਰ ਉਹ ਗਾਣੇ ਤੋਂ ਆਪਣੀ ਗੱਡੀਆਂ 'ਚ ਲਾ ਕੇ ਸੁਣਦਾ ਜਿਹੜੇ ਲੱਚਰ ਗਾਣੇ ਆ। ਸਾਡੇ ਗਾਣੇ ਫਿਰ ਵੀ ਘਰਾਂ ਦੇ ਵਿੱਚ ਬੈਠ ਕੇ ਮੇਰੀ ਮਾਂ ਵੀ ਸੁਣਦੀ ਮੇਰੇ ਗਾਣੇ ਨੂੰ, ਮੇਰਾ ਬਾਪ ਵੀ ਸੁਣਦਾ ਔਰ ਇਹ ਸਾਰਾ ਆਵਾਮ, ਇਹ ਦੁਨੀਆ ਮੈਨੂੰ ਪਿਆਰ ਕਰਦੀ। ਮੇਰੇ 65 ਮਿਲੀਅਨ ਗਾਣੇ ਦੇ ਵਿਊ ਹੋਏ ਨੇ, 37 ਮਿਲੀਅਨ। ਜਿੰਦੂ ਤੂੰ ਕੀ ਚੀਜ਼ ਆ? ਇਹ ਸੰਧੂ ਰੱਬ ਦਾ ਬੰਦਾ, ਪਰ ਮੈਂ ਕਹਿੰਦਾ ਮਾੜਾ ਨਹੀਂ ਸੋਚਿਆ। ਪਰ ਤੂੰ ਵੀਰੇ ਬੀਪੀ ਦੀਆਂ ਦਵਾਈਆਂ ਦੀਆਂ ਗੋਲੀਆਂ ਲੈ ਜਾ ਕੇ, ਤੇਰਾ ਬੀਪੀ ਵੱਧਦਾ ਮੈਨੂੰ ਲੱਗਦਾ। ਇੱਥੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਇਹੀ ਬਲਜਿੰਦਰ ਸਿੰਘ ਜਿੰਦੂ ਆ, ਜਿਹੜੀਆਂ ਮੇਰੇ ਸਾਡੇ ਇੱਕ ਮਿੱਤਰ ਨੇ ਗ੍ਰੇਟ ਖਲੀ ਜੀ, ਸਾਡੇ ਵੱਡੇ ਭਰਾ ਨੇ। ਕੋਈ ਵੀ ਅਸੀਂ ਕੰਮ ਕਰਨਾ ਹੋਵੇ, ਗੁਰੂ ਨਾਨਕ ਮੋਦੀਖਾਨੇ ਵਾਲਾ ਪ੍ਰੋਜੈਕਟ ਵੀ ਅਸੀਂ ਉਹਨਾਂ ਨਾਲ ਡਿਸਕਸ ਕੀਤਾ ਸੀ। ਇਹੀ ਬੰਦਾ ਹੈ, ਮੈਨੂੰ ਕਹਿੰਦਾ ਸੀ ਮੇਰੀ ਖਲੀ ਭਾਜੀ ਨਾਲ ਇੱਕ ਫੋਟੋ ਹੀ ਕਰਾ ਦੇ ਪ੍ਰਿੰਸ, ਮੈਂ ਆਪਣੇ ਬੱਚਿਆਂ ਨੂੰ ਦਿਖਾਉਣੀ ਆ। ਇੱਥੇ ਮੈਂ ਪੁੱਛਣਾ ਚਾਹੁੰਦਾ, ਕਿਹੜੇ ਬੱਚੇ ਨੂੰ ਫੋਟੋ ਦਿਖਾਉਣੀ ਆ? ਆਪਣੀ ਉਸ ਬੱਚੇ ਨੂੰ ਫੋਟੋ ਦਿਖਾਉਣੀ ਆ ਜਿਹਨੇ ਆਪਣੀ ਆਧਾਰ ਕਾਰਡ ਦੀ ਆਇਡੈਂਟੀਟੀ ਤੇ ਤੇਰਾ ਨਾਂ ਨਹੀਂ ਲਿਖਾਇਆ, ਆਪਣੇ ਦਾਦਾ ਦਾਦੀ ਦਾ ਨਾਂ ਲਿਖਾਇਆ। ਉਸ ਬੱਚੇ ਨੂੰ ਫੋਟੋ ਦਿਖਾਉਣੀ ਆ। ਪੱਤਰਕਾਰ ਵੀਰੋ ਜਾ ਕੇ ਇਹਨੂੰ ਸਵਾਲ ਕਰਿਓ, ਬੱਚਾ ਹੈ ਕਿਹੜਾ ਤੇਰਾ? ਕਿੱਥੇ ਹੈ ਬੱਚਾ ਤੇਰਾ? ਤੂੰ ਉਹਦੀ ਪਾਲਣਾ ਪੋਸ਼ਣਾ ਕੀਤੀ? ਨਾਲੇ ਵੀ ਲੋਕਾਂ ਦੇ ਉੱਤੇ ਐਲੀਗੇਸ਼ਨ ਲਾਉਣੇ ਬੜੇ ਸੌਖੇ ਹੁੰਦੇ ਨੇ, ਜਦੋਂ ਗੱਲ ਆਪਦੇ ਤੇ ਬਣਦੀ ਆ ਪਤਾ ਉਦੋਂ ਲੱਗਦਾ। ਤੇ ਨਾਲ ਇਹ ਵੀ ਸਵਾਲ ਜਾ ਕੇ ਪੁੱਛ ਲਿਓ ਕਿ ਲੋਕਾਂ ਨੂੰ ਤੂੰ ਮਲੰਗ ਦੱਸਦਾ ਤਾਂ ਤੇਰਾ ਪਰਿਵਾਰ ਕਿੱਥੇ ਆ? ਆ ਦੋ ਗੱਲਾਂ ਪੁੱਛ ਲਿਓ, ਜਵਾਕ ਕਿੱਥੇ ਆ ਤੇ ਪਰਿਵਾਰ ਕਿੱਥੇ ਆ। ਸਾਰੀ ਆਵਾਮ ਨੂੰ ਪਤਾ ਲੱਗ ਜੂ ਕਿ ਮਲੰਗ ਕੌਣ ਆ। ਜਿਹੜੀ ਸਮਾਜ ਸੇਵਾ ਵਾ ਨਾ, ਉਹ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਹੁੰਦੀ ਆ। ਇੱਕ ਸਵਾਲ ਆ ਜੀ ਮੇਰਾ, ਜਿਹੜੀ ਫੰਡਿੰਗ ਆਉਂਦੀ ਸੀ ਕੀ ਉਹਦੇ ਬਾਰੇ ਤੁਹਾਨੂੰ ਪਤਾ ਸੀਗਾ ਕਿ ਜਿਹੜੇ ਪੈਸੇ ਆਉਂਦੇ ਨੇ ਕੋਈ ਉਹਦਾ ਹਿਸਾਬ ਕਿਤਾਬ ਸੀਗਾ ਤੁਹਾਡੇ ਕੋਲ? 7,67,000 ਰੁਪਇਆ ਗੁਰੂ ਨਾਨਕ ਮੋਦੀਖਾਨੇ ਦੀ 2 ਮਹੀਨੇ ਦੀ ਗੋਲਕ ਹੋਈ ਆ, ਜਿਹੜੀ ਲੁਧਿਆਣਾ ਵਾਸੀਆਂ ਦੀ ਜਾਂ ਪੰਜਾਬ 'ਚ ਕਹਿ ਲਓ ਟਾਵੇਂ ਏਰੀਆ 'ਚ ਹੋਈ ਆ। ਤੁਸੀਂ ਪੱਤਰਕਾਰ ਵੀਰ ਮੇਰੇ ਤੋਂ ਸਿਆਣੇ ਹੋ, ਗੁਰੂ ਨਾਨਕ ਸਾਹਿਬ ਦੇ ਨਾਂ ਤੇ ਪ੍ਰੋਜੈਕਟ ਹੋਵੇ, ਤੁਸੀਂ ਕੀ ਸੋਚਦੇ ਹੋ ਵੀ NRI ਭਰਾਵਾਂ ਨੇ ਮਦਦ ਨਹੀਂ ਕੀਤੀ ਹੋਊਗੀ?
ਦੱਸੇ ਕਿਹੜੇ ਖਾਤਿਆਂ 'ਚ ਪੈਸੇ ਆਏ ਆ? ਪੈਸੇ ਵੈਸਟਰਨ ਯੂਨੀਅਨ 'ਚ ਆਏ ਆ, ਪਰਸਨਲ ਖਾਤਿਆਂ 'ਚ ਆਏ ਆ? ਇਹ ਜਨਤਕ ਕਰੇ ਲੋਕਾਂ ਨੂੰ। ਮੈਂ ਸਰਕਾਰ ਨੂੰ ਵੀ ਇੱਥੇ ਅਪੀਲ ਕਰਨੀ ਚਾਹੁੰਦਾ, ਜਿੱਥੇ ਇਹ ਬੰਦਾ ਮੰਦੀ ਸ਼ਬਦਾਵਲੀ ਵਰਤ ਕੇ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ ਲੋਕਾਂ ਨੂੰ ਜਲੀਲ ਕਰਦਾ ਪਿਆ ਵਾ, ਇੱਥੇ ਸਰਕਾਰ ਨੂੰ ਮੈਂ ਬੇਨਤੀ ਕਰਨਾ 295 ਏ ਦੇ ਤਹਿਤ ਇਹਦੇ ਤੇ ਲੋਕਾਂ ਦੇ ਸੈਂਟੀਮੈਂਟਸ ਨੂੰ ਹਰਟ ਕਰਨ ਦਾ ਪਰਚਾ ਦਰਜ ਹੋਣਾ ਚਾਹੀਦਾ। ਇਹ ਸਾਨੂੰ ਦਮਗਜੇ ਮਾਰਦਾ ਨਾ ਕੋਰਟ 'ਚ ਘੜੀਸਣ ਦੇ, ਇਹਨੂੰ ਅਸੀਂ ਦੱਸਾਂਗੇ ਕੋਰਟ 'ਚ ਕਿਵੇਂ ਜਾਈਦਾ। ਬੇਸਿਕਲੀ ਜੋ ਕੋਈ ਸੇਲ ਪਰਚੇਜ਼ ਹੁੰਦੀ ਸੀ ਉਹਨਾਂ ਨੂੰ ਬਿੱਲ ਕੱਟਿਆ ਮੈਂ ਬਿੱਲ ਤੁਹਾਨੂੰ ਗੱਲ ਦਾ ਬਹੁਤ ਵਧੀਆ ਤੁਹਾਨੂੰ ਜਵਾਬ ਦੇਣਾ ਇਸ ਗੱਲ ਦਾ। ਦੇਖੋ ਕੋਈ ਅਸੀਂ ਵਪਾਰ ਕਰਦੇ ਆ, ਕੋਈ ਅਸੀਂ ਕੰਮ ਕਰਦੇ ਆ, ਇਹ ਨਹੀਂ ਕਿ ਅਸੀਂ ਗੁਰੂ ਮਹਾਰਾਜ ਦੇ ਨਾਮ ਤੇ ਨਾਮ ਰੱਖਤਾ ਤੇ ਅਸੀਂ ਸੇਲ ਪਰਚੇਜ਼ ਆਪਾਂ ਕੱਚੇ 'ਚ ਕਰਾਂਗੇ ਜਾਂ ਪੱਕੇ 'ਚ ਕਰਾਂਗੇ, ਕਿੱਦਾਂ ਕਰਾਂਗੇ। ਸਾਨੂੰ ਕੋਈ ਹੱਕ ਨਹੀਂ, ਸਾਨੂੰ ਕੋਈ ਸਰਕਾਰ ਇਹ ਨਹੀਂ ਕਹਿੰਦੀ ਕਿ ਤੁਸੀਂ ਗੁਰੂ ਨਾਨਕ ਦੇ ਨਾਮ ਤੇ ਕੋਈ ਫਰਮ ਖੋਲ੍ਹਦੀ ਹੈ ਤੁਸੀਂ ਕੱਚੇ 'ਚ ਕੰਮ ਕਰੋ। ਮੇਰੇ ਹਿਸਾਬ ਨਾਲ ਲਗਭਗ ਕਿੰਨੀ ਸੇਲ ਸੀ ਹੋਈ ਤੁਸੀਂ? ਲੱਖ ਰੁਪਈਆ ਸੇਲ ਰੋਜ਼ ਦੀ ਜੀ ਗੁਰੂ ਨਾਨਕ ਮੋਦੀਖਾਨੇ ਦੀ, ਜਿਹੜਾ ਜਿੰਦੂ ਜੀ ਨੇ ਆਪ ਵੀ ਬੜੀ ਵਾਰ ਦੱਸਿਆ। ਆਪਾਂ ਇੱਕ ਐਸਟੀਮੇਟ ਲਾ ਕੇ ਚੱਲਦੇ ਆ ਮੇਰੇ ਭਾਈ ਸਾਹਿਬ ਜੀ ਕਿ ਲੱਖ ਰੁਪਇਆ ਰੋਜ਼ ਦੀ ਸੇਲ ਹੈ। ਅੱਜ ਪ੍ਰੋਜੈਕਟ ਨੂੰ 3 ਕੁ ਮਹੀਨੇ ਹੋ ਗਏ ਨੇ ਜੀ, ਆਪਾਂ 90 ਦਿਨ ਲਾਈਏ, 80 ਦਿਨ ਲਾ ਲੈਂਦੇ ਹਾਂ ਵੀਰ ਜੀ, ਸੰਡੇ ਵੀ ਆਉਂਦੇ ਨੇ। 80 ਲੱਖ ਰੁਪਏ ਦੀ ਸੇਲ ਹੋ ਚੁੱਕੀ ਹੈ ਕਿ 80 ਲੱਖ ਦੇ ਚੈੱਕ ਕੱਟੇ ਗਏ। ਜਿਹੜੀ ਫੰਡਿੰਗ ਹੁੰਦੀ ਹੈ, ਆਪਾਂ ਕੋਈ NGO ਬਣਾਉਂਦੇ ਆ, ਕੋਈ ਸੰਸਥਾ ਬਣਾਉਂਦੇ ਆ, ਕੋਈ ਵੀ ਚੀਜ਼ ਬਣਾਉਂਦੇ ਆ, ਉਹਦੀ ਫੰਡਿੰਗ ਘਰ ਲਿਜਾਣ ਦਾ ਕਿਸੇ ਨੂੰ ਮਤਲਬ ਤਾਂ ਨਹੀਂ ਹੁੰਦਾ ਜੀ। ਜਿਹੜੀ ਉਹਦੀ ਫੰਡਿੰਗ ਹੈ ਉਹ ਬੈਂਕ ਵਿੱਚ ਜਮ੍ਹਾਂ ਹੁੰਦੀ ਹੈ, NGO ਦੇ ਨਾਮ ਤੇ ਹੁੰਦੀ ਹੈ, ਕਿਸੇ ਪਰਸਨਲ ਨਾਮ ਉੱਤੇ ਕਦੀ ਵੀ NGO ਦੀ ਫੰਡਿੰਗ ਨਹੀਂ ਹੁੰਦੀ। ਸੋ ਜਿਹੜੀ ਦਵਾਈਆਂ, ਇਹਨਾਂ ਮਸਲਾ ਭਖਣਾ ਹੀ ਨਹੀਂ ਸੀਗਾ ਅਗਰ ਇਹ ਪੈਸੇ ਚੈੱਕ ਰਾਹੀਂ ਦਿੱਤੇ ਗਏ ਹੁੰਦੇ, ਮੈਡੀਸਨ ਚੈੱਕ ਰਾਹੀਂ ਦਿੱਤੀ ਗਈ ਹੁੰਦੀ, ਕੱਚੇ ਦਾ ਵਪਾਰ ਨਾ ਕੀਤਾ ਗਿਆ ਹੁੰਦਾ ਜਾਂ ਕੱਚੇ ਦਾ ਕੁਛ ਨਹੀਂ ਕੀਤਾ ਗਿਆ। ਮੈਂ ਵੀ ਇਹਨੂੰ ਪੁੱਛਿਆ ਸੀਗਾ ਕਿ ਤੁਸੀਂ ਬਿਲਿੰਗ ਕਰਦੇ ਹੋ, ਇਹਨਾਂ ਦਾ ਤੁਸੀਂ ਬਿਲਿੰਗ ਕਰਦੇ ਹੋ ਜੀ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ ਜੀ। ਇਹ ਕੱਚੇ ਦਾ ਵਪਾਰ ਕਿਉਂ ਕਰ ਰਹੇ ਸੀਗੇ, ਇਸ ਗੱਲ ਦੀ ਮੈਨੂੰ ਕੋਈ ਸਮਝ ਨਹੀਂ ਲੱਗੀ। ਸੋ ਜਿਹੜਾ ਮੇਨ ਰੋਲਾ ਹੈ ਨਾ, ਜੋ ਆਪਾਂ ਨੂੰ ਕਪਲਾ ਵੀ ਕਹਿ ਸਕਦੇ ਹਾਂ, ਉਹ ਕਪਲੇ ਕੱਚੇ 'ਚ ਹੀ ਹੋਣਗੇ ਜੀ। ਪੱਕੇ ਤਾਂ ਬਿੱਲ ਆਇਆ ਚੈੱਕ ਦੇਤਾ, ਬਿੱਲ ਆਇਆ ਚੈੱਕ ਦੇਤਾ, ਇਹਦੇ ਵਿੱਚ ਕਪਲਾ ਕਦੀ ਨਹੀਂ ਹੋ ਸਕਦਾ। ਆਪਾਂ ਪੱਕੇ ਦਾ ਕੰਮ ਕਿਉਂ ਕਰਦੇ ਹਾਂ? ਇਸੇ ਕਰਕੇ ਕਰਦੇ ਹਾਂ, ਵਪਾਰੀ ਨੇ ਨਾਲ ਅੰਮ੍ਰਿਤ ਜੋਤ ਜੀ ਦਾ ਪਾਲ ਜੀ ਦਾ ਆਪਣਾ ਵਪਾਰ ਹੈ, ਉਹ ਵੀ ਕੰਮ ਕਰਦੇ ਨੇ, ਬਹੁਤ ਅੱਛਾ ਕੰਮ ਕਰਦੇ ਨੇ, ਉਹਨੂੰ ਪਤਾ ਵਪਾਰ ਬਾਰੇ ਸਮਝ ਹੈ ਕਿ ਵਪਾਰ ਕਿੱਦਾਂ ਹੁੰਦਾ। ਮੰਨ ਲਓ ਸੇਵਾ ਹੈ, ਪਰ ਸੇਵਾ ਦੇ ਜਿਹੜੇ ਪੈਸੇ ਨੇ ਉਹਨੂੰ ਸੰਭਾਲ ਚਾਹੀਦੀ ਹੈ, ਕਿਸੇ ਗਲਤ ਹੱਥਾਂ 'ਚ ਨਾ ਚਲੇ ਜਾਣ, ਉਹਦੀ ਪਾਰਦਰਸ਼ਤਾ ਚਾਹੀਦੀ ਹੈ ਪੈਸੇ ਦੀ। ਇਹ ਵੀਰੋ ਆਹ ਦੇਖੋ ਮੇਰੇ ਅਕਾਊਂਟ 'ਚ ਜਾਂ ਇਹਦੇ ਅਕਾਊਂਟ 'ਚ ਇੰਨੇ ਪੈਸੇ ਆਏ ਨੇ, ਆ ਮੈਂ ਸੇਵਾ ਕੀਤੀ ਹੈ, ਆ ਮੈਂ ਪੱਲਿਓ ਲਾਏ ਹੈ, ਜੇ ਮੈਂ ਪੱਲਿਓ ਲਾਏ ਨੇ ਮੈਂ ਲੈਣ ਦਾ ਹੱਕਦਾਰ ਹਾਂ। ਚਲੋ ਸਾਡੇ ਕੋਲ ਫੰਡਿੰਗ ਜ਼ਿਆਦਾ ਆ ਗਈ। ਸਰ ਹੁਣ ਅਗਲਾ ਐਕਸ਼ਨ ਕੀ ਹੈਗਾ ਤੁਹਾਡਾ? ਇੱਕ ਮੈਂ ਆ ਫੜੋ ਜਗਪਾਲ ਵੀਰ ਦੇ ਜਿਹੜੀ ਮੈਂ ਇੱਕ ਜਵਾਬ ਜਿਹੜਾ ਹੋਰ ਦੇਣਾ ਚਾਹੁੰਦਾ। ਇਹ ਕਹਿੰਦੇ ਵੀ ਲੱਚਰ ਸਿੰਗਰ ਬੁਲਾ ਲਿਆ ਹੈ, ਤੇ ਮੈਂ ਉੱਥੇ ਤਾਂ ਨਹੀਂ ਜਾ ਰਿਹਾ, ਮੇਰੀ ਇਹਨਾਂ ਦੇ ਨਾਲ ਤਲਖੀ ਵਧੀ। ਲੱਚਰ ਗਾਇਕੀ ਦਾ ਜਵਾਬ ਜਗਪਾਲ ਵੀਰ ਨੇ ਬਹੁਤ ਵਧੀਆ ਦਿੱਤਾ। ਤੇ ਜਦੋਂ ਗੁਰੂ ਨਾਨਕ ਮੋਦੀਖਾਨੇ ਨੂੰ ਸ਼ੁਰੂ ਕਰਨਾ ਸੀ, ਉਦੋਂ ਪ੍ਰਿੰਸ ਵੀਰ ਦੀਆਂ ਮਿੰਤਾਂ ਕਰ ਕਰਕੇ ਤੁਸੀਂ ਕਹਿੰਦੇ ਸੀ ਕਿ ਇੱਥੇ ਵੀਰ ਸਿੰਘ ਵੀਰ ਨੂੰ ਬੁਲਾ ਲਾ ਤੇ 13 ਦਾ ਜਿਹੜਾ ਧਾਰਮਿਕ ਗਾਣਾ ਉਹ ਗਵਾ ਦੇ, ਤੁਸੀਂ ਮਿੰਤਾਂ ਕਰਦੇ ਸੀ। ਤੇ ਜਦੋਂ ਖਾਨ ਵੀਰ ਨੇ ਜਾਂ ਵੀਰ ਸਿੰਘ ਵੀਰ ਨੇ ਉੱਤੇ ਬਹਿ ਕੇ ਕੀਰਤਨ ਕੀਤਾ ਤਾਂ ਤੁਹਾਡੀ ਅੱਖਾਂ ਦੇ ਵਿੱਚ ਆਂਸੂ ਆ ਗਏ ਸੀ। ਗੁਰੂ ਨਾਨਕ ਸਾਹਿਬ ਤੁਹਾਡੇ ਇਕੱਲੇ ਦੇ ਨਹੀਂ ਹੈਗੇ, ਗੁਰੂ ਨਾਨਕ ਸਾਹਿਬ ਸਿੰਗਰਾਂ ਦੇ ਵੀ ਉਨੇ ਬਰਾਬਰ ਨੇ, ਸਤਿਕਾਰਯੋਗ ਨੇ। ਤੇ ਆਹ ਦੇਖੋ ਆਹ ਕੀ ਹੈ ਜੀ, ਬਲਜਿੰਦਰ ਸਿੰਘ ਜਿੰਦੂ ਜੀ, ਖਾਨ ਸਾਹਿਬ ਭਰਾ ਸਾਡਾ ਤੇ ਆ ਪ੍ਰਿੰਸ ਵੀਰ ਭਰਾ ਸਾਡਾ। ਜੇ ਤੁਹਾਨੂੰ ਸਿੰਗਰਾਂ ਤੋਂ ਗੁਰੂ ਨਾਨਕ ਮੋਦੀਖਾਨੇ ਦੇ ਵਿੱਚ ਆਉਣ ਤੇ ਇੰਨੀ ਪ੍ਰੋਬਲਮ ਹੈ, ਆਹ ਦੱਸੋ ਜੀ ਕੀ ਆ? ਆ ਜ਼ੂਮ ਕਰਕੇ ਤੁਸੀਂ ਦੇਖ ਸਕਦੇ ਹੋ, ਆ ਸਿੰਗਰ ਦੇ ਨਾਲ ਫੋਟੋ ਨਹੀਂ, ਦੱਸੋ ਲਾਈਵ ਹੋਏ ਹੋ ਤੁਸੀਂ ਉੱਥੇ ਬਾਹਰ ਖੜ ਕੇ। ਅੱਜ ਤੁਸੀਂ ਸਿੰਗਰਾਂ ਨੂੰ ਮਾੜਾ ਦੱਸ ਕੇ ਕਹਿੰਦੇ ਹੋ ਕਿ ਗੁਰੂ ਨਾਨਕ ਮੋਦੀਖਾਨੇ ਕੋਈ ਸਿੰਗਰ ਨਹੀਂ ਆਉਣਾ ਚਾਹੀਦਾ। ਗੁਰੂ ਨਾਨਕ ਮੋਦੀਖਾਨਾ ਤੁਹਾਡੇ ਇਕੱਲੇ ਦਾ ਨਹੀਂ ਹੈਗਾ। ਜੇ ਕੋਈ ਸਿੰਗਰ ਉੱਥੇ ਆ ਰਿਹਾ, ਤੇ ਜਗਪਾਲ ਵੀਰ ਆਇਆ, ਉਹ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਆਇਆ, ਭਾਵਨਾ ਸੀ ਕਿ ਦਿਲ ਦੇ ਵਿੱਚ ਵੀ ਚੰਗਾ ਕੰਮ ਖੁੱਲਿਆ, ਮੈਂ ਉੱਥੇ ਜਾ ਕੇ ਆਵਾਂ। ਇਹ ਸਿੰਗਰਾਂ ਦੇ ਨਾਲ ਫੋਟੋ ਨਹੀਂ ਤੁਹਾਡੀਆਂ। ਅੱਜ ਤੁਸੀਂ ਸਿੰਗਰਾਂ ਨੂੰ ਮਾੜਾ ਦੱਸੀ ਜਾਂਦੇ ਹੋ ਕਿ ਗੁਰੂ ਨਾਨਕ ਮੋਦੀਖਾਨੇ ਦੇ ਵਿੱਚ ਖਾਨ ਸਾਹਿਬ ਦੀ ਗੱਲ ਕੀਤੀ ਹੈ। ਖਾਨ ਸਾਹਿਬ 20 ਦਿਨ ਪਹਿਲਾਂ ਲੁਧਿਆਣੇ ਆਏ ਸੀ, ਮੀਡੀਆ ਤੋਂ ਦੂਰ ਕਿਉਂ ਰੱਖਿਆ ਗਿਆ ਸੀ ਖਾਨ ਸਾਹਿਬ ਨੂੰ? ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕੋਈ ਫੈਮਿਲੀ ਫੰਕਸ਼ਨ ਸੀ ਸਾਡਾ, ਮੈਂ ਤੇ ਖਾਨ ਫੰਕਸ਼ਨ ਤੇ ਗਏ ਸੀ, ਛੋਟਾ ਭਰਾ ਆ ਸਾਡਾ, ਤੁਸੀਂ ਜਾਣਦੇ ਹੀ ਹੋ, ਲੋਕ ਪੂਰਾ ਪੰਜਾਬ ਦਾ ਆਵਾਮ ਜਗਪਾਲ ਵੀਰ ਨੂੰ ਵੀ ਪਤਾ, ਬਹੁਤ ਪਿਆਰ ਕਰਦੇ ਨੇ ਛੋਟੇ ਭਰਾ ਨੂੰ ਸਾਡੇ ਨੂੰ। ਉੱਥੇ ਇੰਟਰਵਿਊ ਲੈਣ ਆਇਆ ਵੀਰ ਕੋਈ, ਮੇਰੇ ਖਿਆਲ ਤੁਹਾਡੇ ਵਾਲਾ ਚੈਨਲ ਆਇਆ ਸੀ, ਤੇ ਉੱਥੋਂ ਮੈਨੂੰ ਨਹੀਂ ਪਤਾ ਇਹਨਾਂ ਦੀ ਪਰਸਨਲ ਕੀ ਤਰਕੀ ਆ ਜਾਂ 2-4 ਚੈਨਲਾਂ ਨੂੰ ਇੰਟਰਵਿਊ ਦੇਣੀ ਆ, ਖਾਨ ਸਾਹਿਬ ਨੂੰ ਉੱਥੇ ਇੰਟਰਵਿਊ ਦੇਣ ਤੋਂ ਰੋਕਿਆ ਗਿਆ। ਉੱਥੇ ਵੀ ਇੱਕ ਹੰਕਾਰ ਦੀ ਭਾਵਨਾ ਝਲਕਦੀ ਆ ਬਲਜਿੰਦਰ ਸਿੰਘ ਜਿੰਦੂ ਦੀ। ਜੇ ਕੋਈ ਸਿੰਗਰ ਬੁਲਾਇਆ ਵਾ ਜਾਂ ਕੋਈ ਵੀਰ ਆਪਣਾ ਆਇਆ ਵਾ, ਕਮ ਸੇ ਕਮ ਉਹਦਾ ਮਾਣ ਸਤਿਕਾਰ ਤਾਂ ਕਰੀਏ ਆਪਾਂ ਆਏ ਦਾ। ਇੱਕ ਹੋਰ ਇਹ ਸਿੱਖ ਵੈਲਫੇਅਰ ਕੌਂਸਲ ਜਿਹੜੀ ਰਜਿਸਟਰਡ ਹੈ ਜਾਂ ਗੁਰੂ ਨਾਨਕ ਮੋਦੀਖਾਨਾ ਇਹ ਰਜਿਸਟਰਡ ਹੈਗਾ ਦੋਨਾਂ 'ਚ ਕੋਈ? ਸਾਡਾ ਰੌਲਾ ਹੀ ਪਹਿਲੇ ਦਿਨ ਤੋਂ ਇਹ ਸੀ ਕਿ ਇਸ ਸੰਸਥਾ ਨੂੰ ਰਜਿਸਟਰਡ ਕਰਾਇਆ ਜਾਵੇ, ਸਾਰਾ ਕੰਮ ਜਿਹੜਾ ਉਹ ਟ੍ਰਾਂਸਪੇਰੈਂਸੀ ਨਾਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਸਵਾਲ ਚੱਕਣ ਦਾ ਮੌਕਾ ਨਾ ਮਿਲੇ। ਯਾਨੀ ਇਹ ਰਜਿਸਟਰਡ ਹੀ ਨਹੀਂ ਹੈਗਾ, ਫਿਰ ਇਹ ਬਾਹਰੋਂ ਫੰਡਿੰਗ ਆ ਕਿੱਦਾਂ ਗਈ? ਇਹ ਤਾਂ ਹੁਣ ਬਲਜਿੰਦਰ ਸਿੰਘ ਜਿੰਦੂ ਜੀ ਦੱਸ ਸਕਦੇ ਆ ਨਾ। ਬਾਰ-ਬਾਰ ਬਲਜਿੰਦਰ ਸਿੰਘ ਜਿੰਦੂ ਜੀ ਦਾ ਇੱਕੋ ਹੀ ਐਲੀਗੇਸ਼ਨ, ਮੈਂ ਇਸ ਟੀਮ ਨੂੰ 2 ਮਹੀਨੇ ਤੋਂ ਜਾਣਦਾ, ਮੈਂ ਗੁਰੂ ਨਾਨਕ ਮੋਦੀਖਾਨਾ ਸੌਂਪਤਾ, ਇਹਨਾਂ ਨੇ ਘਾਟਾ ਪਾਤਾ।
ਉਹ ਜਿਹੜੀ ਤੁਹਾਡੀ ਸੋ ਕਾਲਡ ਕੋਰ ਕਮੇਟੀ ਬਿਠਾਈ ਆ ਉਹਦੀ ਫੋਟੋ ਤਾਂ ਦਿਖਾਓ, ਕਿੱਥੇ ਆ ਤੁਹਾਡੇ ਨਾਲ, ਕਿੱਥੇ ਉਹਨਾਂ ਨੇ ਤੁਹਾਡੇ ਨਾਲ ਕੰਮ ਕੀਤਾ। ਅਸੀਂ ਤੁਹਾਨੂੰ ਘੱਟੋ ਘੱਟ 10-15 ਫੋਟੋ ਦਿਖਾਤੀਆਂ। ਜਿਹੜੀ ਟੀਮ ਬੈਠੀ ਆ ਦੇਖੋ, ਉਹ ਹੋਰ ਫੋਟੋ ਇੱਕ ਸਾਡੇ ਸਾਹਮਣੇ ਜਿਹੜੀ ਮੈਂ ਰੱਖਣਾ ਚਾਹੁੰਦਾ ਵਾ, ਆ ਦੇਖੋ ਸ਼ੁਭਮ, ਅਜੇ, ਤਰਨਜੋਤ, ਕਪਿਲ, ਆ ਠੀਕ ਆ ਸਾਰੇ ਵੀਰਾ, ਸੰਦੀਪ ਵੀਰਾ, ਬਾਰੂ ਵੀਰਾ, ਇਕਬਾਲ ਵੀਰਾ, ਪ੍ਰਿੰਸ ਵਰਮਾ, ਉਹ ਸਾਰੀ ਟੀਮ ਨੇ ਗੁਰੂ ਨਾਨਕ ਮੋਦੀ ਖਾਨੇ ਦੀ ਜੇ ਮਿਹਨਤ ਕੀਤੀ ਆ, ਉੱਥੇ ਸੇਵਾ ਕੀਤੀ ਆ, ਤਾਂ ਇਹ ਤੁਹਾਡੇ ਨਾਲ ਪਹਿਲਾਂ ਵੀ ਜੁੜੇ ਹੋਏ ਸੀ। ਅੱਜ ਤੁਸੀਂ ਆ 2-4 ਜੇ ਕੋਰ ਕਮੇਟੀ ਵਾਲੇ ਬਿਠਾ ਕੇ ਕਹਿੰਦੇ ਹੋ ਕਿ ਕੋਰ ਕਮੇਟੀ ਅਸੀਂ ਆ ਅੰਮ੍ਰਿਤਪਾਲ, ਕੇਵਲ ਸਿੰਘ, ਬਲਬੀਰ ਸਿੰਘ, ਦਰਜਿੰਦਰ ਅੰਕਲ ਤੇ ਅਮਨ ਲਾਗ, ਇਹ ਜਿਹੜੇ ਤੁਹਾਨੂੰ ਆ ਮਹੀਨੇ 1.5 ਮਹੀਨੇ ਤੋਂ ਮਿਲਿਆ, ਤੁਸੀਂ ਕਹਿੰਦੇ ਹੋ ਕੋਰ ਕਮੇਟੀ ਆ, ਕਦੇ ਉਹਨਾਂ ਨੇ ਆ ਕੇ ਉੱਥੇ ਸੇਵਾ ਨਹੀਂ ਕੀਤੀ। ਅਸੀਂ ਇਹੋ ਜਿਹੀ ਕੋਰ ਕਮੇਟੀ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਸਾਨੂੰ ਨਹੀਂ ਚਾਹੀਦੇ ਇਹੋ ਜਿਹਾ ਸੋ ਕਾਲਡ ਕੋਰ ਕਮੇਟੀਆਂ ਜਿਹੜੇ ਘਰੇ ਬਹਿ ਕੇ ਹੁਕਮ ਚਲਾਉਣ ਤੇ ਕਦੇ ਗਰਾਊਂਡ ਲੈਵਲ ਤੇ ਉਤਰ ਕੇ ਉਹਨਾਂ ਨੇ ਸੇਵਾ ਨਾ ਕੀਤੀ ਹੋਵੇ। ਤੇ ਅੱਜ ਫੰਡਿੰਗ ਦਾ ਜਦੋਂ ਰੌਲਾ ਪੈ ਗਿਆ, ਇਕੱਠਿਆਂ ਦੇ ਮਿਲ ਕੇ ਹੋ ਸਕਦਾ ਫੰਡਿੰਗ ਖਾਧੀ ਹੋਵੇ, ਤੇ ਅੱਜ ਨਾਲ ਉਹ ਜਿਹੜੇ ਬਲਜਿੰਦਰ ਸਿੰਘ ਜਿੰਦੂ ਜੇ ਨਾਲ ਬਹਿ ਕੇ ਬੋਲਦੇ ਆ, ਹੋ ਸਕਦਾ ਫੰਡਿੰਗ ਖਾਧੀ ਹੋਵੇ ਤਾਂ ਅੱਜ ਨਾਲ ਬਹਿ ਕੇ ਬੋਲ ਰਹੇ ਨੇ। ਪਹਿਲਾਂ ਸਾਹਮਣੇ ਨਹੀਂ ਆਏ ਕਦੇ ਗੁਰੂ ਨਾਨਕ ਮੋਦੀ ਖਾਨੇ। ਕਿੰਨੀ ਕੁ ਫੰਡਿੰਗ ਤੁਸੀਂ ਮੰਨਦੇ ਹੋ ਅਪਰੋਕਸੀਮੇਟਲੀ? ਇਹ ਤਾਂ ਐਨਆਰਆਈ ਭਰਾ ਦੱਸਣਗੇ ਵੀ ਕਿੰਨਾ ਫੰਡ ਭੇਜਿਆ ਤੇ ਕਿਹੜੇ ਕਿਹੜੇ ਖਾਤਿਆਂ 'ਚ ਭੇਜਿਆ। ਤੁਸੀਂ ਕੋਈ ਪੁਲਿਸ ਕਮਿਸ਼ਨਰ ਨੂੰ ਜਾਂ ਕਿਸੇ ਡਿਪਾਰਟਮੈਂਟ ਨੇ ਕੰਪਲੇਂਟ ਕੀਤੀ? ਬਿਲਕੁਲ ਕਰਾਂਗੇ ਜੀ, ਬਿਲਕੁਲ ਕਰਾਂਗੇ ਜੀ, ਸਾਰਾ ਨਹੀਂ ਕੀਤੀ। ਅਜੇ ਤੱਕ ਨਹੀਂ ਕੀਤੀ। ਅਸੀਂ ਚਾਹੁੰਦੇ ਸੀ ਜਿਹੜਾ ਮਸਲਾ ਵਾ ਘਰ ਦਾ ਘਰ 'ਚ ਹੀ ਨਿਬੜ ਜਾਵੇ। ਸਾਨੂੰ ਪਤਾ ਲੱਗੇ, ਕਹਿਣ ਦਾ ਮਤਲਬ ਇਹਨਾਂ ਦੇ ਘਰ ਦੇ ਜਿਹੜਾ ਮਸਲਾ ਨਹੀਂ ਬੜਿਆ, ਕਹਿਣ ਦਾ ਮਤਲਬ ਸਾਨੂੰ ਦੱਸਿਆ ਜਾਵੇ ਵੀ ਕਿੱਥੋਂ ਕਿੱਥੋਂ ਫੰਡਿੰਗ ਆਈ ਆ, ਪਾਰਦਰਸ਼ੀ ਰੱਖੀ ਜਾਵੇ, ਸਾਰੀ ਜਿਹੜੀ ਟੀਮ ਨੂੰ ਪਤਾ ਹੋਵੇ। ਜੇ ਸਾਰੀ ਟੀਮ ਨੂੰ ਪਤਾ ਹੋਊਗਾ ਕਿੱਥੋਂ ਆ ਰਹੀ ਹੈ, ਕਿੱਥੇ ਲੱਗੀ ਹੈ, ਫਿਰ ਅਸੀਂ ਕੰਪਲੇਨ ਕਰਨ ਤੇ ਕੋਈ ਹੱਕਦਾਰ ਨਹੀਂ। ਜੇ ਸਾਨੂੰ ਪਤਾ ਹੀ ਨਹੀਂ ਕਿੰਨੀ ਫੰਡਿੰਗ ਆਈ, ਕਿੱਥੇ ਲਾਤੀ, ਇਹ ਕਹਿੰਦੇ ਆ ਸਿਰਫ ਤੇ ਸਿਰਫ 7 ਲੱਖ ਰੁਪਇਆ ਜਾਂ 7-67 ਜੋ ਅਸੀਂ ਵੀ ਕਿਹਾ ਸੀ ਕਿ 7,67,000 ਰੁਪਇਆ ਇਕੱਠੀ ਹੋਈ, ਮੰਨ ਲੈਂਦੇ ਆ ਇਕੱਠੀ ਹੋਈ, ਉਹ ਤਾਂ ਲੁਧਿਆਣੇ ਚੋਂ ਕੈਸ਼ ਤੁਹਾਨੂੰ ਲੋਕ ਦੇ ਗਏ ਜਾਂ ਗੋਲਕਾਂ ਦੇ ਵਿੱਚ ਪਾ ਗਏ। ਕੀ ਹੋ ਸਕਦਾ ਕਿ ਗੁਰੂ ਨਾਨਕ ਮੋਦੀ ਖਾਨੇ ਵਾਸਤੇ 7,67,000 ਰੁਪਇਆ ਸਿਰਫ ਇਕੱਠਾ ਹੋਇਆ ਕੈਸ਼? ਕਿਸੇ ਐਨਆਰਆਈ ਨੇ ਕੋਈ ਪੈਸਾ ਨਹੀਂ ਭੇਜਿਆ। ਜੇ ਤੁਸੀਂ ਕਹਿੰਦੇ ਹੋ ਕਿ ਐਨਆਰਆਈ ਨੇ ਪੰਜੀ ਨਹੀਂ ਭੇਜੀ, ਤਾਂ ਵੀਡੀਓ ਅਪਲੋਡ ਕਰਕੇ ਤੁਸੀਂ ਸਾਫ਼-ਸਾਫ਼ ਕਹੋ ਕਿ ਮੈਨੂੰ ਐਨਆਰਆਈ ਨੇ ਪੰਜੀ ਨਹੀਂ ਦਿੱਤੀ। ਜੇ ਤੁਸੀਂ ਵੀਡੀਓ ਅਪਲੋਡ ਕਰਨਾ ਨਹੀਂ ਚਾਹੁੰਦੇ ਤਾਂ ਹਿਸਾਬ ਦਿਓ ਕਿ ਐਨਆਰਆਈ ਨੇ ਕਿੰਨੇ ਪੈਸੇ ਕਿਹੜੇ-ਕਿਹੜੇ ਖਾਤਿਆਂ 'ਚ ਭੇਜੇ। ਇੱਕ ਜਿਹੜਾ ਇਹਨਾਂ ਨੇ 2-4 ਦਿਨ ਤੱਕ ਲਾਈਵ ਹੋ ਕੇ ਕਿਹਾ ਸੀਗਾ ਕਿ ਜਿਹੜੇ ਹੋਰਡਿੰਗ ਲੱਗੇ 10-11 ਉਹ ਕਿਸੇ ਭਰਾ ਨੇ, ਕਿਸੇ ਸਪੋਰਟਰ ਨੇ ਲਗਵਾਤੇ। ਦੇਖੋ ਜਿਹੜਾ ਇੱਕ ਮਿੰਟ ਮੇਰਾ ਕੁਐਸਚਨ, ਸਰਦਾਰ ਜੀ ਇੱਕ ਚੀਜ਼ ਬੋਲ ਰਹੇ ਸੀ ਬੜੀ ਵਧੀਆ ਕਿ ਭਾਈ ਹਿਸਾਬ ਕਿਤਾਬ ਲੇਖਾ ਜੋਖਾ ਹੁੰਦਾ ਹੈ। ਸਰਦਾਰ ਜੀ ਤੁਸੀਂ ਗੱਲ ਕਰੋ, ਜੇ ਉਹ ਕਿਸੇ ਸਪੋਰਟਰ ਨੇ ਲਗਾ ਵੀ ਦਿੱਤੇ ਹੋਣ ਤਾਂ ਵੀ ਉਹਦਾ ਹਿਸਾਬ ਕਿਤਾਬ ਦੇਣਾ ਪਏਗਾ ਜੀ? ਨਹੀਂ, ਉਹਦੇ ਵਾਸਤੇ ਨਾ ਸੇਵਾ ਵੀ ਜੀ ਮੇਰੇ ਹਿਸਾਬ ਨਾਲ ਕੋਈ ਬੰਦਾ ਵੀ ਸੇਵਾ ਕੋਈ ਲੈਂਦਾ ਨਾ ਸਪੋਜ਼ ਕਰੋ, ਮੰਨ ਲਓ ਤੁਸੀਂ ਲੈ ਰਹੇ ਹੋ, ਸਾਨੂੰ ਸੇਵਾ ਲੈ ਰਹੇ ਹੋ ਕਿ ਤੁਹਾਡੀ ਮੈਂ ਐਡ ਚਲਾਣੀ ਹੈ ਜੀ, ਮੈਂ ਆਪਣੇ ਪੱਲਿਓ ਚਲਾਵਾਂਗਾ ਕਿ ਮੇਰਾ ਚੈਨਲ ਚੱਲੇ, ਆਪਣੀ ਕੋਈ ਚੀਜ਼ ਚੱਲੇ, ਉਸ ਨਾਮ ਤੋਂ ਲੋਕੀ ਦੇਖਣ। ਉਹਦੇ ਵਾਸਤੇ ਹਿਸਾਬ ਕਿਤਾਬ ਦੀ ਗੁਰੂ ਨਾਨਕ ਮੋਦੀ ਖਾਨੇ ਦੀ ਕੋਈ ਲੋੜ ਨਹੀਂ ਹੈਗੀ। ਪਰ ਬੰਦੇ ਦਾ ਨਾਮ ਦੱਸ ਸਕਦੇ ਹੋ ਕਿਉਂਕਿ ਤੁਸੀਂ ਨਾਲ ਸੀਗੇ ਜੀ, ਕਿਹੜੇ ਬੰਦੇ ਨੇ ਲਵਾਏ ਜੀ? ਇਹ ਗੁਰਪਾਲ ਗਰੇਵਾਲ ਵੀਰ ਦਾ ਹੀ ਕੋਈ ਮਿੱਤਰ ਸੀਗਾ, ਐਨਆਰਆਈ ਭਰਾ ਵਾ, ਉਹਨੇ ਬੋਰਡ ਲਾਇਆ ਸੀ। ਉਦੋਂ ਇਹ ਵੀ ਗੱਲ ਕੀਤੀ ਸੀ ਜੇ ਬੋਰਡ ਲਾਉਣੇ ਆਪਾਂ ਕੋਈ ਸਲਮ ਏਰੀਆ 'ਚ ਲਾਈਏ ਜਿੱਥੇ ਗਰੀਬ ਵਰਗ ਨੂੰ ਫਾਇਦਾ ਹੋ ਸਕੇ, ਪਰ ਉਹ ਬੜੀ ਨਮੋਸ਼ੀ ਨਾਲ ਕਹਿਣਾ ਪੈ ਰਿਹਾ ਬੋਰਡ ਵੀ ਵੈਸਟਰਨ ਮਾਲ ਦੇ ਬਾਹਰ। ਮਤਲਬ ਚਾਹੇ ਕਹਿਣ ਦਾ ਮਤਲਬ ਵੀ ਸੇਵਾ ਹੋਈ ਆ ਤਾਂ ਵੀ ਸਾਨੂੰ ਪੁੱਛਿਆ ਨਹੀਂ ਗਿਆ ਵੀ ਬੋਰਡ ਕਿੱਥੇ ਲਾਉਣੇ ਆ। ਸੇਵਾ ਹੋਈ ਮੰਨ ਲੈਂਦੇ ਆਪਾਂ, ਟੀਮ ਨਾਲ ਬੰਦਾ ਡਿਸਕਸ ਕਰਦਾ ਕਿ ਇਸ ਜਗ੍ਹਾ ਤੇ ਬੋਰਡ ਲਾ ਲਈਏ ਜਾਂ ਇਸ ਜਗ੍ਹਾ ਤੇ ਬੋਰਡ ਲਾ ਲਈਏ। 3 ਮਹੀਨੇ ਹੋ ਗਏ, ਪਹਿਲੇ ਦਿਨ ਤੋਂ ਅੱਜ ਤੱਕ ਬੋਰਡ ਉਤਰੇ ਨਹੀਂ ਹੈਗੇ। ਦੇਖੋ ਜੀ, ਇਹ ਤਾਂ ਹੁਣ ਉਹ ਜਵਾਬ ਦੇ ਸਕਦੇ ਆ। ਫੰਡਿੰਗ ਹੀ ਹੋਈ ਨਾ, ਮੇਰਾ ਕਹਿਣ ਦਾ ਮਤਲਬ ਇਹ ਵੀ ਤਾਂ ਫੰਡ ਹੀ ਹੋਇਆ ਨਾ ਜੀ। ਬਿਲਕੁਲ ਇਹ ਵੀ ਫੰਡ ਹੀ ਹੈ ਨਾ, ਤੁਸੀਂ 7 ਲੱਖ ਕਹਿ ਰਹੇ ਹੋ, ਇਹ ਵੀ ਫੰਡ ਹੀ ਹੋਇਆ ਨਾ। ਅਸੀਂ ਉਹੀ ਕਹਿ ਰਹੇ ਆ ਕਿ ਜੇ 3 ਮਹੀਨੇ ਤੋਂ ਲੱਗੇ ਆ, ਹੁਣ 20 ਦਿਨ ਤੋਂ ਅਸੀਂ ਅੱਡ ਹੋਏ ਆ, ਕੀ ਪਤਾ ਕਿ ਬਾਅਦ ਵਿੱਚ ਦੁਬਾਰਾ ਫੰਡਿੰਗ ਦੇ ਦਿੱਤੀ ਹੋਵੇ ਕਿ ਯਾਰ ਇਹਨੂੰ ਤਾਰੋ ਨਾਲ ਲੱਗੇ ਤੇ ਲੱਗੇ ਰਹਿਣ ਵੀ ਮੇਰੇ ਤੇ ਹੁਣ ਐਲੀਗੇਸ਼ਨ ਲੱਗ ਗਿਆ ਤੇ ਉਸ ਤੋਂ ਬਾਅਦ ਬੋਰਡ ਉਤਰ ਜਾਣਗੇ। ਹੋ ਸਕਦਾ ਵੀਰ ਨੇ ਸੇਵਾ ਬੰਦ ਕਰਤੀ ਹੋਵੇ ਤੇ ਡੋਨੇਸ਼ਨ ਦੇ ਪੈਸੇ ਚੋਂ ਫਿਰ ਬੋਰਡ ਲਾਤੇ ਹੋਣ। ਜਦ ਤੱਕ ਤੁਸੀਂ ਇਲਜ਼ਾਮ ਲੱਗੇ ਨੇ, ਇੱਕ ਤਾਂ ਇਹ ਲੱਗੇ ਇਲਜ਼ਾਮ ਵੀ ਜੋ ਕੋਈ ਲੜਕੀ ਆਉਂਦੀ ਆ ਉੱਥੇ ਮੈਡੀਸਨ ਲੈਣ, ਲੜਕੀ ਨੂੰ ਮੈਡੀਸਨ ਨਹੀਂ ਮਿਲਦੀ ਤਾਂ ਤੁਸੀਂ ਵਿਸ਼ੇਸ਼ ਤੌਰ ਤੇ ਉਸ ਲੜਕੀ ਦਾ ਨੰਬਰ ਲੈ ਲੈਂਦੇ। ਦੂਜਾ ਐਲੀਗੇਸ਼ਨ ਉਹਨਾਂ ਇਹ ਲਾਇਆ ਵਾ ਸਾਹਨੇਵਾਲ ਥਾਣੇ 'ਚ ਕੋਈ ਕੰਪਲੇਂਟ ਦਰਜ ਹੋਈ ਸੀ, ਤੁਸੀਂ ਬਲਜਿੰਦਰ ਜਿੰਦੂ ਬਣ ਕੇ ਕਿਸੇ ਨੇ ਲੜਕੀ ਛੇੜੀ ਸੀ ਤੇ ਉਹ ਬਲਜਿੰਦਰ ਜਿੰਦੂ ਬਣ ਕੇ ਤੁਸੀਂ ਉਹ ਮਾਮਲਾ ਸੁਲਝਾਉਣ ਦੀ ਗੱਲ ਕੀਤੀ। ਗੁਰੂ ਨਾਨਕ ਮੋਦੀ ਖਾਨੇ ਵਿੱਚ 24 ਘੰਟੇ ਕੈਮਰੇ ਚੱਲਦੇ ਆ। ਇਹ ਕਹਿੰਦੇ ਨਾ ਭੱਜ ਕੇ ਮੁੰਡੇ ਵਾਲੇ ਨੰਬਰ ਫੜਾਉਂਦੇ ਆ ਕੁੜੀਆਂ ਨੂੰ। ਇੱਕ ਦਿਨ ਵੀ ਕਿਸੇ ਬੰਦੇ ਨੇ ਭੱਜ ਕੇ ਕਿਸੇ ਨੂੰ ਨੰਬਰ ਫੜਾਇਆ ਹੋਵੇ ਜਾਂ ਫੜਿਆ ਹੋਵੇ, ਮੈਂ ਆਪ ਜੁੱਤੀ ਲਾ ਕੇ ਉਹਦਾ ਸਿਰ ਗੰਜਾ ਕਰੂੰਗਾ। ਦੂਜੀ ਤੁਸੀਂ ਬੋਲਣਾ ਚਾਹੂੰਗੀ, ਛੱਜ ਤਾਂ ਬੋਲੇ, ਛਾਨਣੀ ਵੀ ਬੋਲੇ। ਆ ਤੁਹਾਨੂੰ ਭੈਣ ਨੇ ਪਹਿਲਾਂ ਦੱਸ ਨਹੀਂ ਦਿੱਤਾ? ਰਾਤ ਨੂੰ 2-2 ਵਜੇ ਫੋਨ ਰਿਸੀਵ ਕਰਦੇ ਹੋ ਭੈਣਾਂ ਨੂੰ। ਕੀਤਾ ਜਾਂਦਾ ਸੀਗਾ ਕਾਨਫਰੰਸ ਕਾਲ ਦੇ ਉੱਤੇ 3-3 4-4 ਹੋਰ ਲੇਡੀਜ਼ ਐਨਆਰਆਈ। ਇਹ ਗੱਲ ਨੋਟ ਕੀਤੀ ਜਾਏ, ਉਹ ਸਾਰੀਆਂ ਲੇਡੀਜ਼ ਐਨਆਰਆਈ ਸੀਗੀਆਂ। ਮੇਰੇ ਕੋਲ ਕਹਿੰਦਾ ਨੰਬਰ ਲੇਡੀਜ਼ ਉਹਦੇ ਕੰਟੈਕਟ ਵਿੱਚ ਹੈਗੀਆਂ ਨੇ ਜਾਂ ਉਸ ਟਾਈਮ ਸੀਗੀਆਂ? ਆਬਵੀਅਸਲੀ ਉਹ ਜਿਹੜਾ ਉਸ ਟਾਈਮ ਫਲੱਡ ਟਾਈਮ ਦੇ ਉੱਤੇ ਡੋਨੇਸ਼ਨ ਆਇਆ ਐਨਆਰਆਈ ਦੇ ਥਰੂ ਆਇਆ, ਉਹ ਲੇਡੀਜ਼ ਹੀ ਸੀਗੀਆਂ, 2-3 ਲੇਡੀਜ਼। ਦੇਖੋ ਜੀ, ਜਿਹੜਾ ਆਪਣਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਛੱਜ ਤਾਂ ਬੋਲੇ, ਛਾਨਣੀ ਵੀ ਬੋਲੇ। ਪਹਿਲਾਂ ਕਹਿ ਚੁੱਕਾ ਵੀ ਤੁਸੀਂ ਆ ਜਿਹੜੇ ਐਲੀਗੇਸ਼ਨ ਉਲਝ ਜੇ ਚੱਕ ਕੇ ਲਾਈ ਜਾਂਦੇ ਹੋ, ਕੁੜੀਆਂ ਛੇੜਨ ਵਾਲੇ ਜਾਂ ਸਾਹਨੇਵਾਲ ਕੋਲ, ਤੁਹਾਡੇ ਸਾਹਮਣੇ ਭੈਣ ਨੇ ਦੱਸਤਾ ਕਿ ਕਿਹਦਾ ਕਰੈਕਟਰ ਕਿੱਦਾਂ ਦਾ। ਇਹਦੇ ਬਾਰੇ ਅਸੀਂ ਕੁਝ ਨਹੀਂ ਬੋਲਣਾ ਚਾਹੁੰਦੇ। ਇਹ ਜਦੋਂ ਤੁਸੀਂ ਉਹਨਾਂ ਕੋਲ ਸਵਾਲ ਕਰੋਗੇ ਤਾਂ ਉਹਨਾਂ ਕੋਲੇ ਜਵਾਬ ਲੈ ਲਿਓ। ਦੂਜੀ ਗੱਲ, ਐਲੀਗੇਸ਼ਨ ਲਗਾਉਣਾ ਕੁਝ ਨਹੀਂ ਹੁੰਦਾ। ਜਿਹੜੇ ਐਲੀਗੇਸ਼ਨ ਬਲਜਿੰਦਰ ਸਿੰਘ ਜਿੰਦੂ ਜੀ ਤੁਸੀਂ ਲਗਾਏ ਆ, ਉਹਨਾਂ ਸਾਰਿਆਂ ਦੇ ਸਬੂਤ ਸਾਡੇ ਕੋਲ ਆ ਟੇਬਲ ਤੇ ਪਏ ਆ, ਜਿਹੜੇ ਅਸੀਂ ਦਿਖਾ ਰਹੇ ਆ।
ਜਿਹੜੇ ਤੁਸੀਂ ਐਲੀਗੇਸ਼ਨ ਲਾਏ ਆ ਸਾਨੂੰ ਇੱਕ ਵੀ ਸਬੂਤ ਸਾਬਤ ਕਰ ਦਿਓ ਤਾਂ ਚੌਂਕ ਚ ਖੜਾ ਕੇ ਭਾਵੇਂ ਜੁੱਤੀਆਂ ਮਾਰਦੇ ਸੰਗਤ ਤਾਂ ਵੀ ਅਸੀਂ ਸੰਗਤ ਦੇ ਦੇਣਦਾਰ ਆ। ਇੱਕ ਵੀ ਸਬੂਤ ਪੇਸ਼ ਕਰਦੇ ਸਾਨੇ ਨਾਲ ਕਿਸੇ ਏਐਸਆਈ ਦਾ ਕੋਈ ਰਿਕਾਰਡਿੰਗ ਸਾਨੂੰ ਪੇਸ਼ ਕਰ ਦੇਵੇਂ ਐਵੇਂ ਭੁੱਕਿਆ ਬੜਾ ਨਾ ਉਹਨੂੰ ਕੋ ਬਾਕੀ ਸਬੂਤਾਂ ਨੂੰ ਛੱਡ, ਉਹਨੂੰ ਕਹ ਤੂੰ ਜਗਪਾਲ ਸੰਧੂ ਦਾ ਜਿਹੜਾ ਗਾਣਾ ਉਹ ਕਹਿੰਦਾ ਨਾ ਵੀ ਗਾਇਆ ਵਿਸ਼ੂ ਦਾ ਆਰਡਰ, ਉਹਨੂੰ ਕਹ ਦਿਖਾ ਕਿੱਥੇ ਗਾਇਆ। ਤੂੰ ਗੁਰੂ ਨਾਨਕ ਦਾ ਸਿੱਖ ਹੋ ਕੇ ਏਡਾ ਝੂਠ ਬੋਲ ਰਿਹਾ, ਤੈਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਜਿੱਦੂ। ਨਹੀਂ ਗਾਇਆ ਬਾਈ ਜੀ, ਮੈਂ ਗਾਣਾ ਨਹੀਂ ਗਾਇਆ, ਤੁਸੀਂ ਚੈੱਕ ਕਰ ਸਕਦੇ ਗੱਲ ਹੋ। ਕੀ ਸੀ, ਐਕਚੁਅਲ ਗੱਲ ਕੀ ਸੀਗੀ? ਭਾਜੀ ਐਕਚੁਅਲੀ ਗੱਲ ਇਸ ਤਰ੍ਹਾਂ ਸੀਗੀ ਕਿ ਮੈਨੂੰ ਇੱਕ ਪੱਤਰਕਾਰ ਵੀਰ ਨੇ ਸਵਾਲ ਪੁੱਟ ਕਰ ਲਿਆ, ਚਲੋ ਕਲਾਕਾਰ ਕਰਕੇ ਉਹਨੇ ਮੈਨੂੰ ਸਵਾਲ ਇਦਾਂ ਕਰਕੇ ਉਹਨੇ ਕਰ ਲਿਆ ਕਿ ਬਾਈ ਜੀ ਤੁਹਾਡਾ ਸ਼ੂਟ ਦਾ ਆਰਡਰ ਬੜਾ ਫੇਮਸ ਗਾਣਾ ਹੋਇਆ, ਵੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਵੀ ਤੁਹਾਡਾ ਉਹ ਗਾਣਾ ਇੱਕ ਸ਼ੂਟਰ ਮੂਵੀ ਦੇ ਵਿੱਚ ਗਿਆ। ਸਾਡੀ ਫਿਲਮ ਬੈਨ ਸਾਡਾ ਐਂਟਰਟੇਨਮੈਂਟ ਆ, ਸਾਡੀ ਫਿਲਮ ਬੈਨ ਹੋ ਗਈ, ਉਹ ਨੋ ਪ੍ਰੋਬਲਮ। ਬਟ ਉਹ ਬੰਦਾ ਐਲੀਗੇਸ਼ਨ ਆ ਰਿਹਾ ਕਿ ਜਗਪਾਲ ਇੱਕ ਲੱਚਰ ਗਾਇਕ ਆ ਔਰ ਲੱਚਰ ਗਾਇਕ ਨੇ ਇੱਥੇ ਆ ਕੇ ਸ਼ੂਟ ਦਾ ਆਰਡਰ ਗਾਣਾ ਗਾਇਆ। ਔਰ ਉਹਨੂੰ ਮੈਂ ਇਹ ਕੁਐਸਚਨ ਮੈਂ ਪਹਿਲਾਂ ਵੀ ਤੁਹਾਡੇ ਮਾਧਿਅਮ ਨਾਲ ਕਹਿ ਰਿਹਾ ਕਿ ਉਹਨੂੰ ਪੁੱਛੋ ਵੀ ਲੱਚਰ ਹੁੰਦਾ ਕੀ ਆ। ਲੱਚਰ ਤਾਂ ਜਿੰਦੂ ਤੈਨੂੰ ਪਤਾ ਹੋਣੀ ਚਾਹੀਦੀ ਹੈ ਕਿ ਲੱਚਰ ਤਾਂ ਕਿਹਨੂੰ ਕਹਿੰਦੇ ਆ। ਔਰ ਨੀਵਾ ਹੋ ਕੇ ਰਹਿਣਾ ਸਿੱਖ, ਪਰਮਾਤਮਾ ਦੇ ਚਰਨਾਂ 'ਚ ਰਹਿਣਾ ਸਿੱਖ, ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਲੋਕਾਂ ਨੂੰ ਲੁੱਟਣਾ, ਲੋਕਾਂ ਨੂੰ ਠੱਗਣਾ। ਆ ਜਿਹੜੀ ਤੇਰੀ ਸਾਰੀ ਟੀਮ ਬੈਠੀ ਅੱਜ ਦੁਖੀ ਹੋ ਕੇ ਬੈਠੀ ਆ, ਇਹ ਐਵੇਂ ਨਹੀਂ ਦੁਖੀ ਹੋਈ, ਕਿਸੇ ਗੱਲੋਂ ਹੀ ਦੁਖੀ ਹੋਈ ਆ। ਜੇ ਤੇਰੇ ਅੰਦਰ ਪਾਪ ਦਾ ਘੜਾ ਭਰਿਆ ਨਾ, ਇਹ ਤਾਂ ਹੀ ਉਹ ਬੋਲ ਰਹੇ ਆ ਵਿਚਾਰੇ। ਇਹ ਸਾਰੇ ਮੁੰਡੇ ਸੱਚੇ ਆ। ਮੈਂ ਇਹਨਾਂ ਦੀਆਂ ਗੱਲਾਂ ਕਾਫੀ, ਇਹਨਾਂ ਨਾਲ ਮੇਰੀ ਪ੍ਰੈਸ ਵੀਰੇ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ, ਬੱਬੂ ਨਾਲ ਵੀ। ਪਰ ਅੱਜ ਮੈਨੂੰ ਪਤਾ ਲੱਗਿਆ ਕਿ ਜਿੰਦੂ ਤੂੰ ਇਸ ਲਾਇਕ ਨਿਕਲਿਆ ਯਾਰ। ਤੂੰ ਘਰੇ ਬੰਦੇ ਨੂੰ ਬੁਲਾ ਕੇ ਉਲਟਾ ਉਹ ਪੱਤਰਕਾਰਾਂ ਨੂੰ ਕਹਿ ਰਿਹਾ ਕਿ ਉਹ ਬੰਦਾ ਏਦਾਂ ਗਾਣੇ ਗਾ ਰਿਹਾ, ਉਹ ਲੱਚਰ ਆ, ਉਹ ਏਦਾਂ ਜਾਂ ਫਲਾਣਾ ਤੀ। ਏਦਾਂ ਨਹੀਂ ਗੱਲਾਂ ਹੁੰਦੀਆਂ। ਸਿਆਣਾ ਬਣ, ਨਿਮਰਤਾ 'ਚ ਰਹਿ। ਔਰ ਮੈਂ ਇੱਕ ਹਾਸੇ ਵਾਲੀ ਗੱਲ ਕਰੂੰਗਾ ਵੀ ਜਿੰਦੂ ਜੀ, ਇਹ ਮੈਡੀਸਨ ਲੈ ਲਓ, ਮੈਡੀਸਨ ਦਾ ਤੁਹਾਡਾ ਕੰਮ ਆ, ਤੁਸੀਂ ਠੱਗਾ ਖੋਲਿਆ ਹੋਇਆ, ਇਹ ਤੁਹਾਡਾ ਬਹੁਤੀ ਦੇਰ ਚੱਲਣ ਵਾਲਾ ਨਹੀਂ। ਗੁਰੂ ਨਾਨਕ ਸਾਹਿਬ ਦਾ ਮੋਦੀਖਾਨਾ ਓਨਲੀ ਗੁਰੂ ਨਾਨਕ ਸਾਹਿਬ ਹੀ ਚਲਾ ਸਕਦੇ ਆ। ਇਹ ਮੇਰੇ ਤੇਰੇ ਵਰਗੇ ਦੇ ਵੱਸ ਦੀ ਗੱਲ ਨਹੀਂ ਹੈਗੀ ਮੋਦੀਖਾਨੇ ਚਲਾਉਣੇ। ਉਹ ਗੁਰੂ ਨਾਨਕ ਸਾਹਿਬ ਸੀ ਜਿਹੜੇ 13 ਤੋਲਦੇ ਸੀ। ਤੂੰ ਉੱਥੇ ਇੱਕ ਬੋਰਡ ਲਾਇਆ ਹੋਇਆ ਕਿ ਮੈਂ ਨਾਨਕ ਦਾ ਸਿੱਖ, ਮੇਰੇ ਦਿਮਾਗ 'ਚ ਆ ਗਿਆ ਕਿ ਮੈਂ 13 ਤੋਲੂੰਗਾ। 13 ਕੀ, ਤੂੰ ਤਾਂ 26 ਹੀ ਤੋਲੀ ਜਾਣਾ ਵਾ, ਤੂੰ ਤਾਂ ਉਲਟਾ ਹੀ ਦਿੱਤਾ ਸਾਰਾ ਕੁਝ। ਸ਼ਰਮ ਕਰ, ਸ਼ਰਮ ਨੂੰ ਹੱਥ ਮਾਰ। ਸੋ ਇਹਨਾਂ ਕਹਿੰਦਾ ਮੈਂ ਤੁਹਾਤੋਂ ਉਹਨਾਂ ਨੇ ਇੱਕ ਗੱਲ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਆ ਕਿ ਮਨ ਨੀਵਾਂ ਤੇ ਮਤ ਉੱਚੀ। ਤੁਸੀਂ ਉਹਨਾਂ ਦੇ ਹੰਕਾਰ ਦਾ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਉਹਨਾਂ ਨੇ ਹਰ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਮੇਰੇ ਘਰ ਦੇਖ ਲਓ ਤੇ ਉਹਨਾਂ ਦੇ ਘਰ-ਬਾਰ ਦੇ ਬਿਜ਼ਨਸ ਦੇਖ ਲਓ ਵੀ ਇਹ ਮੋਦੀਖਾਨਾ ਚਲਾਉਣ ਦੀ ਹੈਸੀਅਤ ਰੱਖਦੇ ਕਿ ਨਹੀਂ ਰੱਖਦੇ। ਮੈਂ ਤਾਂ ਇਹ ਕਹਿਣਾ ਚਾਹੂੰਗਾ, ਗੁਰੂ ਨਾਨਕ ਸਾਹਿਬ ਨੇ ਜਦੋਂ ਉਦਾਸੀਆਂ ਕੀਤੀਆਂ, ਉਹਨਾਂ ਨੇ ਕਿਸੇ ਘਰੇ ਦੇਖ ਕੇ ਪ੍ਰਸ਼ਾਦਾ ਨਹੀਂ ਛਕਿਆ ਕਿ ਇਹਦੀ ਕੋਠੀ ਵੱਡੀ ਆ ਜਾਂ ਇਹਦਾ ਘਰ ਨੀਵਾਂ ਵਾ। ਉਹਨਾਂ ਨੇ ਹਰ ਘਰ ਦੇ ਵਿੱਚ ਪ੍ਰਸ਼ਾਦਾ ਛਕਿਆ ਸੀਗਾ। ਤੇ ਜੇ ਤੁਸੀਂ ਇਹ ਗੱਲਾਂ ਕਰਦੇ ਹੋ ਤੇ ਸਾਡੇ ਜਿਹੜੀ ਆ ਸੇਵਾ ਲਾਈ ਗਈ ਸੀ, ਅਸੀਂ ਵੀ ਤਾਂ ਉਨੀ ਸੇਵਾ ਨਾਲ ਨਿਭਾਈ, ਉਨੀ ਮਿਹਨਤ ਨਾਲ ਕੀਤੀ। ਅੱਜ ਤੁਸੀਂ ਕਹਿੰਦੇ ਹੋ ਕਿ ਘਰ ਵੱਡੇ ਆ ਤੇ ਅਸੀਂ ਸਾਡੀ ਇੰਨੀ ਔਕਾਤ ਹੈ, ਇਹ ਤੁਹਾਡੀ ਔਕਾਤ ਨਹੀਂ ਹੈਗੀ। ਉਹ ਜਿਹੜਾ ਪੈਸਾ ਇਕੱਠਾ ਹੋਇਆ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਹੋਇਆ, ਉਹ ਲੋਕਾਂ ਦੀ ਜਾਂ ਸੰਗਤ ਦੀ ਡੋਨੇਸ਼ਨ ਸੀ। ਅੱਜ ਤੁਸੀਂ ਕਹਿੰਦੇ ਹੋ ਕਿ ਅਸੀਂ ਬੀਅਰ ਕੀਤਾ ਲਾਸ ਤਾਂ ਹੋਇਆ ਹੀ ਨਹੀਂਗਾ। 6-7 ਲੱਖ ਰੁਪਈਆ ਜਿਹੜਾ ਘਟਿਆ, ਤੁਸੀਂ ਵਾਰ-ਵਾਰ ਕਹਿੰਦੇ ਹੋ। ਸਾਰੀ ਟੀਮ ਐਲੀਗੇਸ਼ਨ ਲਗਾ ਰਹੀ ਕਿ ਤੁਸੀਂ ਖਾਧਾ। ਅਸੀਂ ਪ੍ਰੂਵ ਕਰਨ ਨੂੰ ਤਿਆਰ ਆ ਕਿ ਤੁਸੀਂ ਖਾਧਾ, ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਬੀਅਰ ਕੀਤਾ ਸਾਰੀ ਕੋਰ ਕਮੇਟੀ ਨੇ। ਉਹ ਕੋਰ ਕਮੇਟੀ ਹੈ ਹੀ ਨਹੀਂ, ਉਹ ਲਾਸ ਕਿੱਥੋਂ ਬੀਅਰ ਕਰੂਗੀ? ਵੀਰ ਜੀ, ਜਦ ਤੱਕ ਤੁਸੀਂ ਨਾ ਸੀ, ਤੁਸੀਂ ਤੁਹਾਡੇ ਨੂੰ ਕੀ ਡੈਲੀਗੇਸ਼ਨ ਸੀ? ਕੋਈ ਕਦੀ ਸੇਵਾਦਾਰ ਦੀ ਡੈਜ਼ਿਗਨੇਸ਼ਨ ਸੀ ਜੀ। ਗੁਰੂ ਨਾਨਕ ਦੇ ਘਰ ਦੇ ਵਿੱਚ ਜਿੰਨਿਆਂ ਨੇ ਸੇਵਾ ਕੀਤੀ ਐਜ਼ ਅ ਸੇਵਾਦਾਰ ਦੀ ਡੈਜ਼ਿਗਨੇਸ਼ਨ ਨਾ ਕੀਤੀ। ਅਸੀਂ ਠੁੱਡ ਨਹੀਂ ਮਾਰਦੇ ਕਿਸੇ ਪੋਲੀਟੀਕਲ ਜਾਂ ਇਦਾਂ ਦੇ ਅਹੁਦਿਆਂ ਨੂੰ। ਤੁਸੀਂ ਗੱਲ ਕਰਦੇ ਹੋ ਡੈਜ਼ਿਗਨੇਸ਼ਨ ਦੀ, ਇਹ ਉਹੀ ਬੰਦਾ ਵਾ ਜਿਹਨੇ ਗੁਰਦੁਆਰੇ ਦੀ ਪ੍ਰਧਾਨਗੀ ਲਈ ਗੋਲੀ ਮਾਰੀ ਸੀ ਇੱਕ ਬੰਦੇ ਦੇ ਲੁਧਿਆਣੇ ਵਿੱਚ। ਇਹ ਕਦੋਂ ਦੀ ਗੱਲ ਹੈ ਜੀ? ਇਹ ਇਹਦਾ ਮੈਨੂੰ ਵਾਕਿਆ ਮੈਂ ਕਿਹਾ 4-5 ਸਾਲ ਪਹਿਲਾਂ ਦੀ ਗੱਲ ਹੈ। ਜੇ ਸਾਰਾ ਕੁਝ ਜਾਣਦੇ ਹੋਏ ਤੇ ਤੁਸੀਂ ਇਹਦਾ ਸਪੋਰਟ ਕੀਤਾ ਜੀ। ਜਿਵੇਂ ਸਾਡੇ ਤਾਂ ਹੁਣ ਸਾਹਮਣੇ ਆਣਾ ਸ਼ੁਰੂ ਹੋਇਆ ਸਾਰਾ ਕੁਝ। ਜੇ 5 ਸਾਲ ਪਹਿਲਾਂ ਦੀ ਗੱਲ ਤਾਂ ਵੀਰ ਜੀ ਤੁਸੀਂ ਹੁਣੇ ਦੱਸੇਗਾ। ਸਾਨੂੰ ਹੁਣ ਹੀ ਪਤਾ ਲੱਗਿਆ ਨਾ ਜੀ, ਇਹ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਪ੍ਰੋਜੈਕਟ ਸੀ। ਅਸੀਂ ਤਾਂ ਬਹੁਤ ਛੋਟੀ ਉਮਰ ਆ ਸਾਡੀ, ਤੁਸੀਂ ਵੱਡੇ ਸਿਆਣੇ ਬਜ਼ੁਰਗ ਬੈਠੇ ਹੋ ਸਾਡੇ ਤੋਂ। ਜਦੋਂ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਪ੍ਰੋਜੈਕਟ ਹੋਇਆ ਤੇ ਉਦੋਂ ਤੁਸੀਂ ਦੇਖੋ ਕੌਮ ਦੇ ਵੱਡੇ ਬੰਦੇ ਨੇ ਜਿਹਨੇ ਆਏ ਨੇ, ਉਹਨਾਂ ਦੇ ਅੱਖਾਂ ਦੀ ਪੱਟੀ ਬੰਨੀ ਗਈ, ਉੱਥੇ ਸਾਡੀਆਂ ਅੱਖਾਂ ਦੀ ਪੱਟੀ ਬੰਨੀ ਗਈ। ਤੁਹਾਡੀ ਸਾਰਿਆਂ ਦੀਆਂ ਅੱਖਾਂ ਖੁੱਲ ਗਈਆਂ ਹੁਣੇ, ਦੱਸੋ ਤੁਸੀਂ ਪੁਲਿਸ ਕੰਪਲੇਂਟ ਕਦੋਂ ਕਰੋਗੇ? ਬਹੁਤ ਸੂਨ ਜੀ, ਬਹੁਤ ਜਲਦੀ। ਤੱਥਾਂ ਦੇ ਆਧਾਰ ਤੇ ਜਿਹੜੀਆਂ ਗਾਲਾਂ ਵੀ ਕੱਢੀਆਂ ਗਈਆਂ ਨੇ ਤੇ ਟੀਮ ਨੂੰ ਮੰਦਾ ਚੰਗਾ ਬੋਲਿਆ ਗਿਆ, ਤੇ ਜਿਹੜੇ ਇਹਨਾਂ ਨੇ ਆਪਣੀ ਜਿਹੜਾ ਮੀਡੀਆ ਦੇ ਵਿੱਚ ਬੋਲਦੇ ਹੋਏ ਗਲਤ ਸ਼ਬਦਾਵਲੀ ਵਰਤੀ, ਐਲੀਗੇਸ਼ਨ ਦਿੱਤੀ ਹੈ, ਡੋਨੇਸ਼ਨ ਹੋ ਗਿਆ, ਸਾਰੀ ਚੀਜ਼ਾਂ ਹੋ ਗਿਆ। ਕੱਲੀ ਚੀਜ਼ ਦੀ ਜਿਹੜੀ ਕੰਪਲੇਂਟ ਕਰਾਂਗੇ, ਕੱਲੀ ਚੀਜ਼ ਦੀ ਸ਼ਿਕਾਇਤ ਦਵਾਂਗੇ। ਇੱਕ ਚੀਜ਼ ਹੋਰ ਦੱਸਿਓ, ਇਹਨਾਂ ਨੇ ਸਟਾਰਟਿੰਗ ਤੇ ਐਲੀਗੇਸ਼ਨ ਲਗਾਏ ਸੀ ਕਿ ਮੰਤਰੀ ਤੇ ਐਮਪੀ ਇਹਨਾਂ ਤੇ ਤੋਂ ਇਹਨਾਂ ਨੂੰ ਜਾਨ ਦਾ ਖਤਰਾ ਹੈ। ਉਹ ਪਪੂਲੈਰਿਟੀ ਸਟੰਟ ਸੀਗਾ ਜਾਂ ਕੀ ਐਕਚੁਅਲ ਇਦਾਂ ਦੀ ਕੋਈ ਗੱਲ ਹੋਈ ਸੀ? ਕਿਉਂਕਿ ਉਦੋਂ ਤਾਂ ਤੁਸੀਂ ਨਾਲ ਸੀਗੇ। ਦੱਸਣ ਜੀ ਕਿਹੜੇ ਮੰਤਰੀ ਉਹਨੇ ਧਮਕੀ ਦਿੱਤੀ ਹੈ, ਨਾਮ ਤਾਂ ਲੈਣਾ ਕਿਸੇ ਦਾ। ਸਾਡੇ ਵੱਲੋਂ ਵੀ ਬਾਰ-ਬਾਰ ਪੁੱਛਣ ਤੇ ਕਿ ਜਿੰਦੂ ਭਾਜੀ ਤੁਸੀਂ ਬਾਰ-ਬਾਰ ਮੀਡੀਆ ਦੇ ਵਿੱਚ ਜਿਹੜਾ ਕਹਿੰਦੇ ਰਹਿੰਦੇ ਹੋ ਕਿ ਅਸੀਂ ਨਾ ਪਹਿਲੇ ਸੱਚ ਹੀ ਬੋਲਾਂਗਾ। ਸਬਜ਼ੀ ਵਾਲੀ ਅਸੀਂ ਸੇਵਾ ਸ਼ੁਰੂ ਕੀਤੀ।
ਮੇਰਾ ਨਾਮ ਵੀਰ ਜੀ ਪਰਵਿੰਦਰ ਸਿੰਘ। ਅਸੀਂ ਨੇ ਸਬਜ਼ੀ ਵਾਲੀ ਸੇਵਾ ਸ਼ੁਰੂ ਕੀਤੀ ਲੋਕਡਾਊਨ ਦੇ ਪਹਿਲੇ ਦਿਨ, ਤੇ 3 ਵਜੇ ਅਸੀਂ ਮੰਡੀ ਦੇ ਬਾਹਰ ਟੈਂਪੂ ਲੈ ਕੇ ਮੈਂ ਤਰਨਜੋਤ ਤੇ 4 ਸਾਰੀ ਟੀਮ ਆਪਣੀ 3 ਬੰਦੇ 5 ਬੰਦੇ ਚਲੇ ਗਏ। ਬਰਸਾਤ ਹੋ ਰਹੀ ਸੀ, ਐਂਟੀ ਟਾਈਮ ਸੀ 6 ਵਜੇ ਦਾ, ਸਾਨੂੰ ਪਤਾ ਨਹੀਂ ਸੀਗਾ ਸਬਜ਼ੀ ਮਿਲਣੀ। ਅਸੀਂ ਗੱਡੀ ਸੁੱਤੇ ਰਹੇ ਬੈਠੇ ਰਹੇ ਤੇ ਸਬਜ਼ੀ ਲਈ, ਸਬਜ਼ੀ ਸੇਵਾ ਕਰਨੀ ਸ਼ੁਰੂ ਕੀਤੀ। ਇਹ ਸੇਵਾ ਕੀਤੀ ਜੀ ਦਸ਼ਮੇਸ਼ ਨਗਰ ਗੇਟ ਰੋਡ। ਸਾਨੂੰ ਉੱਥੇ ਵੀ ਬਹੁਤ ਜ਼ਰੀਰ ਕੀਤਾ ਗਿਆ, ਮੇਰਾ ਪ੍ਰੋਜੈਕਟ ਫੇਲ ਹੋ ਗਿਆ, ਮੇਰਾ ਪ੍ਰੋਜੈਕਟ। ਮੈਂ ਕਿਹਾ ਵੀ ਜੀ ਸੇਵਾ ਹੈ, ਪ੍ਰੋਜੈਕਟ ਨਹੀਂ ਹੁੰਦਾ ਕੋਈ ਵੀ, ਆਪਾਂ ਜੋ ਸੇਵਾ ਕਰਦੇ ਹਾਂ ਪ੍ਰੋਜੈਕਟ ਨਹੀਂ ਹੁੰਦਾ। हम प्रोजेक्ट लेके कोई चलते हैं, सेवा सेवा होती है, प्रोजेक्ट प्रोजेक्ट होता है। उत्थों में अद्धी किलो की सेवा की, सब्जियां पैक कीतियां, लोग मगर मगर साडे क्योंकि असीं भाव दे सब्जी दे रहे थे, असीं दवाई भाव दे रहे हैं, सब्जी भी असीं भाव दे रहे थे। शाम ਨੂੰ ਉਹਨਾਂ ਦੀ ਇੰਟਰਵਿਊ ਆਉਂਦੀ ਹੈ ਜੀ, ਲਾਈਵ ਉੱਤੇ ਬੋਲਿਆ ਜਾਂਦਾ ਮੈਨੂੰ ਪੁਲਿਸ ਵਾਲਿਆਂ ਨੇ ਸੋਟੀਆਂ ਮਾਰੀਆਂ। ਮੈਂ ਬੜਾ ਹੈਰਾਨ ਹੋ ਗਿਆ ਕਿਉਂਕਿ ਸਾਰਾ ਟਾਈਮ ਵੀਰ ਜੀ ਉਹ ਮੇਰੇ ਨਾਲ ਸੀਗੇ, ਭਾਈ ਸਾਹਿਬ ਮੇਰੇ ਨਾਲ ਸੀਗੇ, ਤੇ ਮੈਂ ਕਿਹਾ ਭਾਈ ਸਾਹਿਬ ਨੇ ਸੋਟੀਆਂ ਤੁਹਾਨੂੰ ਵੱਜੀਆਂ ਸੀਗੀਆਂ, ਕਦੋਂ ਵੱਜੀਆਂ ਸੀ? ਬਸ ਚੁੱਪ ਰਹਿ। ਮੇਰਾ ਮਨ ਬਹੁਤ ਦੁਖੀ ਹੋਇਆ ਉਸ ਟਾਈਮ। ਇੱਕ ਪਾਸੇ ਤਾਂ ਆਪਾਂ ਸੇਵਾ ਕਰ ਰਹੇ ਹਾਂ ਤੇ ਇੱਕ ਪਾਸੇ ਆਪਾਂ ਝੂਠ ਮਾਰ ਰਹੇ ਹਾਂ। ਮੇਰਾ ਅਗਲਾ ਸਵਾਲ, ਜਦੋਂ ਆਪਾਂ ਕੋਈ NGO ਖੋਲਦੇ ਹਾਂ, ਕੁਝ ਖੋਲਦੇ ਹਾਂ, ਆਪਾਂ ਨੂੰ ਕਿੰਨੇ ਕੁ ਪੈਸੇ ਦੀ ਲੋੜ ਪੈਂਦੀ ਹੈ? ਅਗਰ ਆਪਾਂ NGO ਚਲਾ ਹੀ ਨਹੀਂ ਸਕਦੇ ਤੇ ਆਪਾਂ ਦਰ ਮੰਗਣਾ ਪਏਗਾ ਆਪਾਂ ਨੂੰ। ਇੱਕ ਪਾਸੇ ਕਹਿੰਦੇ ਆ ਮੈਂ ਕੋਠੀਆਂ ਕਾਰਾਂ ਦਾ ਡਰਾਈਵਰ ਰੱਖਿਆ ਹੋਇਆ, ਮੈਂ ਮਲੰਗਾ ਨੂੰ ਲੱਖ ਰੁਪਈਆ ਦੇਤਾ, ਆਪਾਂ ਨੇ ਸ਼ਾਹੂਕਾਰ ਆ ਤੇ ਆਪਾਂ 10 11 ਹਜ਼ਾਰ ਦੀ ਤਾਂ ਰਸੀਦ ਕੱਟ ਰਹੇ ਹਾਂ ਲੋਕਾਂ ਦੀ। ਇੱਕ ਸਿੱਖਵੈਲ ਦੁਬਾਰਾ ਦਿਖਾਈਓ ਰਸੀਦ। ਸਿੱਖਵੈਲ ਪ੍ਰਕੋਪ ਰਸੀਦ ਹੈ ਜੀ, ਇੱਕੋ ਨੰਬਰ ਦੀ ਹੈ, ਦੂਜੇ ਨੰਬਰ ਰਸੀਦ ਤੱਕ ਨਹੀਂ ਹੋਈ। ਸਭ ਤੋਂ ਪਹਿਲਾਂ ਮੈਂ ਇਹ ਪਲੀਜ਼ ਕੰਟੀਨਿਊ ਕਰਾਂਗੇ ਪਰਵਿੰਦਰ ਜੀ। ਇਹ ਤੁਸੀਂ ਦੇਖ ਸਕਦੇ ਹੋ ਕਿ 001 ਨੰਬਰ ਤੇ ਫੇਸਬੁੱਕ ਤੇ ਪਾਈ ਹੋਈ ਹੈ ਕਿ ਸਿੱਖ ਵੈਲਫੇਅਰ ਕੌਂਸਲ ਦੀ ਪਹਿਲੀ ਰਸੀਦ ਕੱਟ ਦਿੱਤੀ ਗਈ ਆ। ਇਹ ਕਦੋਂ ਦੀ ਗੱਲ ਹੈ? ਇਹ ਦੇਖੋ ਜੀ ਫੇਸਬੁੱਕ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਮੇਰੇ ਖਿਆਲ ਨਾਲ ਤਕਰੀਬਨ ਇਹ ਫਰਵਰੀ ਦੀ ਗੱਲ ਹੈ, 9 ਦੀ ਗੱਲ ਸੱਚ ਸਤੰਬਰ ਦੀ ਗੱਲ ਹੈ, 23/9/19 ਵੀ ਜੀ ਇੱਕ ਸਵਾਲ, ਇੱਕ ਆਪਾਂ ਰਸੀਦਾਂ ਕੱਟ ਰਹੇ ਆ ਲੁਧਿਆਣੇ ਵਾਸਤੇ ਲੋਕਾਂ ਨੂੰ, ਤੇ ਲੋਕੀ ਲੁਧਿਆਣੇ ਚਲੋ ਰਸੀਦਾਂ ਜਾਵਾਂਗੇ, ਆਪਾਂ ਰਸੀਦਾਂ ਕੱਟ ਰਹੇ ਆ। ਦੂਜਾ, ਸਿੱਖ ਵੈਲਫੇਅਰ ਕੌਂਸਲ ਦਾ ਖਾਤਾ ਖੁੱਲਿਆ ਹੋਇਆ ਹੈ, ਇਹਦੇ ਖਾਤੇ ਉੱਤੇ ਕਿਹਨਾਂ ਦੇ ਸਾਈਨ ਚੱਲਦੇ ਨੇ? ਉਹ ਸਾਈਨ ਦਾ ਪੈਸਾ ਜਾ ਕਿੱਧਰ ਰਿਹਾ ਹੈ? ਦਵਾਈਆਂ ਜਾ ਰਿਹਾ ਹੈ ਜਾਂ ਕਿਸੇ ਗਰੀਬ ਦੀ ਮਦਦ ਕਰ ਰਿਹਾ? ਕਿਉਂਕਿ ਜਿਹੜਾ ਬੰਦਾ ਆਉਂਦਾ, ਸੱਜਣ ਆਉਂਦਾ ਹੈ, ਉਹ ਦਾਨ ਇਸ ਭਾਵਨਾ ਕਰਦਾ ਹੁੰਦਾ ਕਿ ਮੇਰੇ ਚੰਗੇ ਜਗ੍ਹਾ ਤੇ ਪੈਸੇ ਲੱਗਣ। ਕਿਹਦੇ ਸਾਈਨ ਚੱਲਦੇ ਉਸ ਤਰ੍ਹਾਂ? ਉਹਦੇ ਉੱਤੇ ਜੀ ਅੰਮ੍ਰਿਤਪਾਲ ਜੀ ਦੇ ਚੱਲਦੇ ਨੇ ਤੇ ਇੱਕ ਬੁਲੰਦ ਜਿੱਦੂ ਚੱਲਦੇ ਨੇ। ਅੰਮ੍ਰਿਤਪਾਲ ਜੀ ਨੇ ਉਹਨਾਂ ਦੇ ਨਾਲ ਬਿਲਕੁਲ ਨਾਲ ਹੈ ਜੀ। ਮੈਂ ਤਾਂ ਇਹ ਸੋਚਦਾ ਮੈਂ ਇੰਨੇ ਕੁ ਸਿਆਣੇ ਪਰਸਨ ਨੇ, ਉਹਨਾਂ ਦਾ ਆਪਣਾ ਵਪਾਰ ਚੱਲਦਾ ਹੋਇਆ ਕਿ ਉਸ ਗੱਲ ਨੂੰ ਜਾਣੂ ਨਹੀਂ ਹੈਗੇ ਕਿ ਮੇਰੇ ਸਾਈਨ ਚੱਲਦੇ ਨੇ। ਸੋ ਮਨੀ ਟ੍ਰਾਂਸਫਰ ਤੇ ਵੀ ਮੇਰੇ ਹਿਸਾਬ ਨਾਲ ਪੈਸੇ ਆਉਂਦੇ ਆ ਜੀ, ਮੇਰੇ ਹਿਸਾਬ ਨਾਲ, ਕਿਉਂਕਿ 1-2 ਵਾਰੀ ਮੈਂ ਨਾਲ ਗਿਆ ਹੋਇਆ ਵਾਂ। ਇੱਕ ਵਾਰੀ ਉਹ ਪੈਸੇ ਆਏ ਸੀ ਉਹਨਾਂ ਦੇ ਅਕਾਊਂਟ ਦੇ ਵਿੱਚ ਬਲਵਿੰਦਰ ਸਿੰਘ ਜਿੰਦੂ ਦੇ ਨਾਮ, ਉਹਨਾਂ ਨੇ ID ਦਿਖਾਈ, ਉੱਥੇ ID ਸੀ ਬਲਵਿੰਦਰ ਸਿੰਘ। ID ਕੀ ਸੀ? ਬਲਵਿੰਦਰ ਸਿੰਘ ਦੀ ID ਸੀਗੀ। ਸੋ ਉਹ ਪੈਸੇ ਉਹਨਾਂ ਨੇ ਪੁੱਛਿਆ ਕਿ ਭਾਈ ਸਾਹਿਬ ਪੈਸੇ ਕਹਿੰਦਾ ਨਹੀਂ ਮਿਲਣਗੇ ਜਾਂ ਤੁਸੀਂ ਪੈਸੇ ਕਟਵਾਓ ਜਦੋਂ ਨਾ ਦੇ। ਸੋ ਮੈਂ ਸੋਚਿਆ ਕਿ ਭਾਈ ਸਾਹਿਬ ਆ ਕੇ ਚੱਕਰ ਕੀ ਹੈ, ਇੱਥੇ ਵੀ ਆ ਰਹੇ ਨੇ, ਇੱਥੇ ਵੀ ਆ ਰਹੇ ਨੇ, ਉੱਦਾਂ ਵੀ ਆ ਰਹੇ ਨੇ। ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਅਗਰ ਇਸ ਬੰਦੇ ਦਾ ਕੰਮ ਨਿਕਲ ਜਾਂਦਾ ਹੈ, ਬੜੇ ਵੀਰਾਂ ਨੇ ਫੋਨ ਕੀਤਾ, ਜਿੱਦਾਂ ਭੈਣ ਨੇ ਦੱਸਿਆ ਕਿ ਬੜੇ ਬੰਦੇ ਫੋਨ ਕਰਦੇ ਨੇ ਕਿ ਭਾਈ ਸਾਹਿਬ ਮੇਰਾ ਕੰਮ ਹੈਗਾ ਜਾਂ ਆਪਾਂ ਸੇਵਾ ਮੈਂ ਸੇਵਾ ਕਰਨੀ ਹੈ। ਮੈਨੂੰ ਬੜੇ ਫੋਨ ਆਏ, ਮੈਂ ਗੁਰੂ ਨਾਨਕ ਮੋਦੀਖਾਨੇ ਕਦੇ ਨਹੀਂ ਗਿਆ, 2-4 ਵਾਰ ਗਿਆ, ਮੈਂ 5 ਮਿੰਟ ਆਪਣਾ ਸਮਾਨ ਲਿਆ, ਮੈਂ ਚਲਾ ਆਇਆ। ਉਹਦਾ ਕਾਰਨ ਕੀ ਹੈ? ਮੈਨੂੰ ਸਟਾਰਟਿੰਗ ਤੋਂ ਫੋਨ ਆ ਰਹੇ ਸੀ ਆਓ, ਮੈਂ ਕਿਹਾ ਵੀ ਜੀ ਮੇਰੀ ਸੇਵਾ ਦੱਸੋ, ਮੈਂ ਉੱਥੇ ਆਣਾ ਹੈ, ਮੇਰਾ ਰੋਲ ਕੀ ਹੈ? ਮੈਂ ਗੈਸ ਤੇ ਬੈਠਣਾ, ਮੈਂ ਪਰਚੇਜ਼ ਕਰਨੀ ਹੈ, ਮੈਂ ਝਾੜੂ ਲਾਣਾ, ਮੈਂ ਬਿੱਲ ਕੱਟਣੇ ਹੈ, ਤੁਸੀਂ ਮੈਨੂੰ ਦੱਸੋ। ਮੈਨੂੰ ਅੱਜ ਤੱਕ ਇਸ ਗੱਲ ਦਾ ਕਦੀ, ਕਿਉਂਕਿ ਉਹਨੂੰ ਲੱਗਿਆ ਸੀ ਇਹ ਬੰਦਾ ਸਵਾਲ ਕਰੇ, ਮਤਲਬ ਜਿਹੜਾ ਬੰਦਾ ਸਵਾਲ ਕਰੇਗਾ। ਹੁਣ ਕੱਲ ਦੀ ਵੀਡੀਓ ਜਾਂ ਪਰਸੋਂ ਦੀ ਵੀਡੀਓ ਵਿੱਚ ਲਾਈਵ ਕਰਨਗੇ, ਸ਼ਾਇਦ ਮੈਨੂੰ ਠੱਗ, ਚੋਰ, ਡਾਕੂ ਜਾਂ ਲੁਟੇਰਾ ਵੀ ਕਹਿ ਸਕਦੇ ਨੇ। ਮੈਂ ਇਸ ਗੱਲ ਨਾਲ ਜਾਣੂਗਾ ਵੀਰ ਜੀ ਨਾਲ, ਕਿਉਂਕਿ ਉਹ ਮੰਤਰੀ ਤੱਕ ਨੂੰ ਨਹੀਂ ਛੱਡਦੇ ਤੇ ਮੈਨੂੰ ਕੀ ਛੱਡਣਗੇ। ਇੱਕ ਚੀਜ਼ ਕਹਿਣਾ ਚਾਹੁੰਦਾ ਵੀਰ ਜੀ, ਬੁਰਾ ਨਾ ਮੰਨਿਓ। ਦੇਖੋ ਜੇ ਤੁਸੀਂ, ਤੁਹਾਨੂੰ ਪਤਾ ਇੱਕ ਚੀਜ਼ ਗਲਤ ਹੋ ਰਹੀ ਹੈ, ਤੁਸੀਂ ਬਾਲ ਖੇਡ ਰਹੇ ਹੋ, ਤੁਸੀਂ ਪ੍ਰੈਸ ਕਾਨਫਰੰਸ ਕਰਤੀ, ਉਹਨਾਂ ਨੇ ਕਰਤੀ, ਜੇ ਤੁਸੀਂ ਇੰਨਾ ਟਾਈਮ ਲਾਇਆ, ਇੰਨੇ ਪ੍ਰੂਫ ਤੁਹਾਡੇ ਹੱਥ 'ਚ ਹੈ, ਤੁਸੀਂ ਕਿਉਂ ਨਹੀਂ ਪੁਲਿਸ ਕਮਿਸ਼ਨਰ ਨੂੰ ਜਾਂ ਕੰਸਰਨ ਡਿਪਾਰਟਮੈਂਟ ਨੂੰ ਕੰਪਲੇਂਟ ਕਰਦੇ? ਕਿਉਂਕਿ ਜੇ ਉਹਨਾਂ ਨੇ ਪਹਿਲਾਂ ਖਿੱਚ ਲਿਆ ਤੇ ਤੁਸੀਂ ਨਾਲ ਇਨਵੋਲਵ ਹੋਵੋਗੇ, ਕਿਉਂਕਿ ਹਜੇ ਤੱਕ ਕਿਸੇ ਨੇ ਕੰਪਲੇਂਟ ਨਹੀਂ ਕੀਤੀ ਔਰ ਤੁਸੀਂ ਆਪ ਤੁਹਾਡੀ ਉਹਨਾਂ ਦੀ IDs ਤੇ ਹੈਗੇ ਆ, ਸਭ ਕਿਤੇ ਤੁਹਾਡਾ ਨਾਮ ਵੀਰਾ ਜੀ ਮੈਂ ਦੇਖੋ ਅਸੀਂ ਤਾਂ ਕਹਿੰਦੇ ਹਾਂ ਵੀਰ ਜੀ ਸਾਡੇ ਤੇ ਕੰਪਲੇਂਟ ਕਰਨ, ਅਸੀਂ ਖੁਦ ਚਾਹੁੰਦੇ ਹਾਂ ਸਾਡੇ ਤੇ ਕੰਪਲੇਂਟ ਕਰਨ। ਉਹਦਾ ਕਾਰਨ ਹੈ ਕਿ 80 ਲੱਖ ਤੋਂ ਲੈ ਕੇ 90 ਲੱਖ ਦਾ ਵਪਾਰ ਹੋਇਆ ਗੁਰੂ ਨਾਨਕ ਮੋਦੀਖਾਨੇ ਵਿੱਚ। ਆਪਾਂ ਨੂੰ ਵਪਾਰ ਕਵਾਂਗੇ ਜਾਂ ਸੇਵਾ ਕਵਾਂਗੇ ਜੀ? ਤੁਸੀਂ ਦੱਸੋਗੇ। ਤੁਸੀਂ ਮੇਰੇ ਹਿਸਾਬ ਨਾਲ ਅਗਰ ਟ੍ਰਾਂਜੈਕਸ਼ਨ ਘੁੰਮ ਰਹੀ ਹੈ, ਸਪੋਜ਼ ਕਰ ਲਓ ਇੱਦਾਂ ਤਾਂ ਹਰੇਕ ਮੈਡੀਕਲ ਸਟੋਰ ਵਾਲਾ ਉੱਪਰ ਗੁਰੂ ਨਾਨਕ, ਗੁਰੂ ਰਵਿਦਾਸ ਜੀ ਲਿਖ ਕੇ, ਕਿਉਂਕਿ ਮੈਂ ਤਾਂ ਸੇਵਾ ਕਰ ਰਿਹਾ ਜੀ, ਤੇ ਸਰਕਾਰ ਕਿੱਥੇ ਜਾਏਗੀ? ਅਗਰ 90 ਲੱਖ ਦਾ ਇਹ ਚੀਜ਼ ਹੋਈ ਹੈ ਤੇ ਸਰਕਾਰ ਨੂੰ ਉਸ ਚੀਜ਼ ਦਾ ਕੋਈ ਫੰਡ ਮਿਲਿਆ?
ਸਰਕਾਰ ਨੂੰ ਕੋਈ ਫਾਇਦਾ ਹੋਇਆ ਇਸ ਚੀਜ਼ ਦਾ? ਸਰਕਾਰ ਇਸ ਲਈ ਕਿਉਂ ਆਈ ਫਿਰ ਉਹ ਸਰਕਾਰ ਦੇ ਅਗੇਂਸਟ ਬੋਲੋ, ਸਰਕਾਰ ਨੂੰ ਹੁਣ ਤੱਕ ਕਾਰਵਾਈ ਕਰਨੀ ਚਾਹੀਦੀ ਸੀ। ਇਸੇ ਗੱਲ ਤੇ ਤਾਂ ਅਸੀਂ ਹੈਰਾਨ ਆ ਜੀ ਇसी ਗੱਲ ਤੇ ਤਾਂ ਅਸੀਂ ਹੈਰਾਨ ਆ ਕਿ ਅੰਨੇ ਸਰਕਾਰ ਦੇ ਬੋਲਦੇ ਨੇ, ਅੰਨਾ ਕੁਝ ਬੋਲਦੇ ਨੇ, ਹਰ ਬੰਦੇ ਨੂੰ ਮਲੰਗ ਚੋਰ, ਇਸ ਬੰਦੇ ਦਾ ਕੀ ਕਸੂਰ? ਚਲੋ ਮੈਂ ਕਹਿੰਦਾ ਇਸ ਬੰਦੇ ਦਾ ਕਸੂਰ, ਇਹਦੀ ਨਵੀਂ ਵੋਟੀ ਦਾ ਕੀ ਕਸੂਰ? ਜਿਹਦੇ ਉਹਦੇ ਪਿਤਾ ਜੀ ਨੂੰ ਕਿਹਾ ਗਿਆ ਹੈ ਕਿ ਜਿਹਨੇ ਕੁੜੀ ਦਿੱਤੀ ਉਹ ਵੀ ਨੰਗ, ਕਿ ਉਹਦੇ ਬਾਰੇ ਵੀਰ ਜੀ ਜਾਣਦੇ ਨੇ ਉਹ ਨੰਗ ਹੈ ਕੌਣ ਹੈ? ਕਿਸੇ ਦੇ ਐਲੀਗੇਸ਼ਨ ਆਣਾ ਸੇ ਕਹਿੰਦੇ ਆ ਕਰੋ। ਸਾਡਾ ਤਾਂ ਮੈਸੇਜ ਦੇਣਾ ਫਰਜ਼ ਹੈ ਕਿ ਲੋਕਾਂ ਨੂੰ ਇੱਕ ਮੈਸੇਜ ਪਹੁੰਚਾਇਆ ਜਾਵੇ ਕਿ ਇਹ ਨਹੀਂ ਕਿ ਜਿੰਦੂ ਵੀਰ ਸ਼ਾਇਦ ਇਹਦੇ ਨਾਲ ਦੇ ਕਈ ਵੀਰ ਹੋਰ ਹੋਣਗੇ ਜਿਹਨਾਂ ਨਕਾਬ ਪਾਇਆ ਹੋਊਗਾ, ਉਹਨਾਂ ਸਿਰ ਤੋਂ ਨਕਾਬ ਉਤਰੇ। ਸੋ ਮੈਂ ਤਾਂ ਸਭ ਨੂੰ ਇਹ ਬੇਨਤੀ ਕਰਾਂਗਾ, ਤੁਹਾਡਾ ਐਕਸ਼ਨ ਪਲਾਨ ਕੀ ਹੈ ਜੀ ਫਾਈਨਲੀ? ਸੋ ਅਸੀਂ ਟੀਮ ਨਾਲ ਬੈਠ ਕੇ ਸਾਰੀ ਗੱਲ ਸੰਗਤ ਦੇ ਚਰਨਾਂ 'ਚ ਰੱਖੀ ਹੈ ਜੀ। ਸਭ ਤੋਂ ਪਹਿਲਾਂ ਸੰਗਤ ਸੁਪਰੀਮ ਆ। ਕੋਈ ਵੀ ਪ੍ਰੋਜੈਕਟ ਕੀਤਾ, ਅਸੀਂ ਕੁਝ ਵੀ ਕੀਤਾ, ਸਭ ਤੋਂ ਪਹਿਲਾਂ ਸੰਗਤ ਦੇ ਚਰਨਾਂ 'ਚ ਰੱਖਿਆ। ਇਸੇ ਕਰਕੇ ਇਹ ਮਸਲਾ ਵੀ ਅਸੀਂ ਪਹਿਲਾਂ ਸੰਗਤ ਦੇ ਚਰਨਾਂ 'ਚ ਰੱਖਿਆ। ਟੀਮ ਪਹਿਲਾਂ ਵੀ ਇਕੱਠੀ ਸੀ ਗੁਰੂ ਨਾਨਕ ਮੋਦੀ ਖਾਨੇ ਦੀ, ਟੀਮ ਅੱਜ ਵੀ ਇਕੱਠੀ ਹੈ ਗੁਰੂ ਨਾਨਕ ਮੋਦੀ ਖਾਨੇ ਦੀ। ਜੇ ਇਕੱਲੇ ਰਹੇ ਤਾਂ ਬਲਜਿੰਦਰ ਸਿੰਘ ਜਿੰਦੂ ਜੀ ਹੁਣ ਉਹ ਮਿੰਤਾਂ ਕਰ ਕਰਕੇ ਜਿਨ੍ਹਾਂ ਨੂੰ ਪਿੱਛੇ ਬਿਠਾਉਂਦੇ ਫਿਰਦੇ ਆ, ਉਹਨਾਂ ਦੇ ਤਾਂ ਸਾਨੂੰ ਵੀ ਬੜੇ ਫੋਨ ਆਇਆ ਕਿ ਯਾਰ ਸਾਡੀ ਮਜਬੂਰੀ ਸੀ, ਗੁੱਸਾ ਨਾ ਕਰਿਓ, ਅਸੀਂ ਪਿੱਛੇ ਬਹਿ ਗਏ। ਹੁਣ ਬਲਜਿੰਦਰ ਸਿੰਘ ਜਿੰਦੂ ਜੀ ਉਹਨਾਂ ਨੂੰ ਕਾਲਾਂ ਕਰ ਕਰਕੇ ਪੁੱਛੋ ਫਿਰ। ਇੱਕ ਮੈਂ ਗੱਲ ਕਰਦਾ, ਜਿੱਦੂ ਜੀ ਕਹਿੰਦੇ ਨੇ ਕਿ ਇਹ ਇਕੱਲਾ ਵਿਊ ਲੈਣ ਆਉਂਦੇ ਸੀ, ਇੱਥੇ ਕੋਈ ਸੇਵਾ ਨਹੀਂ ਕਰਦੇ ਸੀਗੇ। ਸ਼ਾਮ ਨੂੰ ਜੇ ਇੰਟਰਵਿਊ ਦੇ ਵੀ ਦਿੰਦੇ ਸੀ ਨਾ, ਜੇ ਉਹ ਸ਼ਾਮ ਨੂੰ ਇੰਟਰਵਿਊ ਦੇ ਵੀ ਦਿੰਦੇ ਸੀਗੇ, ਸਵੇਰ ਸ਼ਾਮ ਨੂੰ ਇਹ ਕਹਿੰਦੇ ਸੀਗੇ ਕਿ ਯਾਰ ਆਪਣੀ ਤਾਂ ਵੀਡੀਓ ਚੱਲੀ ਨਹੀਂ, ਆਪਣੀ ਤਾਂ ਵੀਡੀਓ ਪਿੱਟ ਗਈ। ਵਿਊ ਦੇ ਭੁੱਖੇ ਕੌਣ ਨੇ? ਸਰਦਾਰ ਬਲਜਿੰਦਰ ਸਿੰਘ ਜਿੰਦੂ। ਸਾਡੇ ਤੇ ਐਲੀਗੇਸ਼ਨ ਨਾ ਲਾਇਆ ਜਾਵੇ ਤੇ ਮੇਰੇ ਤੇ ਉਹਨਾਂ ਨੇ ਲਾਇਆ ਕਿ ਉਹਨੇ ਬੋਲਿਆ ਵੀ ਹੈ ਕਿ ਇੱਥੇ ਸਾਹਨੇਵਾਲ ਥਾਣੇ ਦੇ ਪਰਚਾ ਦਾਖਲ ਹੈ। ਠੀਕ ਹੈ ਨਾ? ਮੇਰਾ ਨਾਮ ਸੈਮੂਅਲ ਨਾਮ ਹੈ ਮੇਰਾ। ਜੇ ਤੁਸੀਂ ਕਹਿੰਦੇ ਹੋ ਸਾਹਨੇਵਾਲ ਥਾਣੇ ਮੇਰੇ ਤੇ ਪਰਚਾ ਦਾਖਲ ਹੈ, ਤੁਸੀਂ ਸਾਰਾ ਮੀਡੀਆ ਉੱਥੇ ਜਾ ਕੇ ਪੁੱਛੋ ਕਿ ਮੇਰੇ ਤੇ ਪਰਚਾ ਦਾਖਲ ਹੈ ਕਿ ਨਹੀਂ। ਕੰਪਲੇਂਟ ਕੁਝ ਵੀ ਦਾਖਲ ਹੈ, ਕੁਝ ਵੀ ਦਾਖਲ ਹੈ, ਕੁਝ ਵੀ ਦਾਖਲ ਹੈ। ਦਰਖਾਸਤ ਦਾਖਲ ਹੈ ਜੀ ਇਸ ਮੁੰਡੇ ਦੇ ਖਿਲਾਫ। ਆ ਮੁੰਡੇ ਦੀਆਂ ਪੋਸਟਾਂ ਬਲਜਿੰਦਰ ਸਿੰਘ ਜਿੰਦੂ ਜੀ ਆਪਣੇ ਪੇਜ ਤੇ ਤੁਸੀਂ ਸ਼ੇਅਰ ਕਰਦੇ ਰਹੇ ਹੋ। ਆ ਥੋੜੇ ਦਿਨ ਪਹਿਲਾਂ ਹੀ ਕੱਢੀ ਹੈ ਸ਼ਾਮੂ ਲੁਧਿਆਣਾ ਮੁੰਡੇ ਦੀ ਫੇਸਬੁੱਕ ਆਈਡੀ ਹੈ। ਜੇ ਇਹ ਮੁੰਡਾ ਕੁੜੀਆਂ ਛੇੜਦਾ ਰਿਹਾ, ਤੁਸੀਂ ਕਹਿੰਦੇ ਹੋ ਸਾਨੇਵਾਲ ਥਾਣੇ ਕੰਪਲੇਂਟ ਦਰਜ ਹੈ, ਤੁਸੀਂ ਉਸ ਮੁੰਡੇ ਦੇ ਆਪਣੀ ਆਈਡੀ ਤੇ ਪੋਸਟਾਂ ਸ਼ੇਅਰ ਕਰਦੇ ਰਹੇ ਹੋ। ਦੱਸੋ ਕਿਸ ਆਧਾਰ ਤੇ ਸ਼ੇਅਰ ਕਰਦੇ ਰਹੇ ਹੋ? ਐਦਾਂ ਫਾਲਤੂ ਐਲੀਗੇਸ਼ਨ ਲਾਉਣੇ ਨਹੀਂ ਚਾਹੀਦੇ ਤੁਹਾਨੂੰ। ਜੇ ਤੁਸੀਂ ਇਹ ਫਾਲਤੂ ਐਲੀਗੇਸ਼ਨ ਵਾਲੀ ਗੇਮ ਖੇਡੋਗੇ ਤਾਂ ਬਹੁਤ ਜਲਦੀ ਅਸੀਂ ਤੁਹਾਨੂੰ ਕੋਰਟ 'ਚ ਘੜੀਸਾਂਗੇ। ਤੁਸੀਂ ਸਾਨੂੰ ਕੀ ਕੋਰਟ 'ਚ ਘੜੀਸੋਗੇ? ਅਸੀਂ ਤਿਆਰ ਹਾਂ ਤੁਹਾਡੇ ਨਾਲ ਕੋਰਟ ਦੇ ਵਿੱਚ ਚੈਲੰਜ ਕਰਨ ਨੂੰ। ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਂ ਕੁੜੀਆਂ ਛੇੜਦਾ ਹਾਂ, ਉਹਨਾਂ ਨੇ ਮੇਰੇ ਭੈਣ ਨੇ ਆਪ ਹੀ ਦੱਸਤਾ ਕਿ ਮੈਨੂੰ 2 ਵਜੇ ਤੱਕ ਫੋਨ ਕਰਦੇ ਆ। ਚਲੋ ਮੈਂ ਤਾਂ ਜਵਾਬ ਆ, ਮੇਰੇ ਤੇ ਐਲੀਗੇਸ਼ਨ ਲਾਤਾ, ਮੈਨੂੰ ਤਾਂ ਕੁਝ ਹੋਣਾ ਨਹੀਂ। ਠੀਕ ਹੈ ਨਾ? ਮੇਰੇ ਤਾਂ ਲਾਲ ਜੀ ਤੋਂ ਕੋਈ ਚੱਕਰ ਨਹੀਂ। ਤੁਸੀਂ ਆਪਦੀ ਚਿੱਟੀ ਗਾੜੀ ਦੇਖੋ, ਤੁਸੀਂ ਰਾਤਾਂ ਨੂੰ ਫੋਨ ਕਰਦੇ ਰਾਤੀ 2 ਵਜੇ। ਆਖਰੀ ਸਵਾਲ ਹੈ, ਆਖਰੀ ਸਵਾਲ ਦਵਾਂਗੇ। ਕੌਮ ਦਾ ਮਸਲਾ ਹੈ, ਤੁਸੀਂ ਐਲੀਗੇਸ਼ਨ ਲਾ ਰਹੇ ਹੋ, ਉਧਰੋਂ ਐਲੀਗੇਸ਼ਨ ਲਾ ਰਹੇ ਨੇ। ਕੌਮ ਇਸ ਟਾਈਮ ਕਿੱਧਰ ਜਾਵੇ ਕਿ ਉਹ ਕੀ ਕੁਝ ਦੇਖ ਨਹੀਂ ਰਿਹਾ ਹੈਗਾ ਤੁਹਾਡੇ ਦੋਵਾਂ ਦੇ ਐਲੀਗੇਸ਼ਨ? ਇਹਦਾ ਜਵਾਬ ਮੈਂ ਬਾਅਦ ਚ ਦਊਂਗਾ ਕਿਉਂਕਿ ਤੁਸੀਂ ਗੱਲ ਪੁੱਛੀ ਐਲੀਗੇਸ਼ਨ ਦੀ। ਐਲੀਗੇਸ਼ਨ ਉਹਨਾਂ ਵੱਲੋਂ ਕੀ ਲੱਗਿਆ ਕਿ 7 ਲੱਖ ਟੀਮ ਖਾ ਗਈ। ਉਹਨਾਂ ਦੇ ਨਾਲ ਬੰਦਾ ਬੈਠਾ ਜੀ ਗੁਰਪਾਲ ਗਰੇਵਾਲ ਸਰਾਭਾ, ਮੈਂ ਪਹਿਲਾਂ ਦੱਸ ਚੁੱਕਿਆ ਤੁਹਾਨੂੰ। ਇਹਦੀ ਇੱਕ ਰਿਕਾਰਡਿੰਗ ਅਸੀਂ ਪਹਿਲਾਂ ਸੁਣਾਤੀ, ਅੱਜ ਉਹਦੇ ਨਾਲ ਬੈਠਾ। ਇਹਦੀ ਇੱਕ ਹੋਰ ਰਿਕਾਰਡਿੰਗ ਸੁਣ ਲਓ ਵੀ ਘਾਟਾ ਪਿਆ ਜਾਂ ਨਹੀਂ ਪਿਆ। ਸਿਰਫ 1 ਮਿੰਟ 23 ਸੈਕਿੰਡ ਦੀ ਹੈ ਤੇ ਮੈਂ ਸੁਣਾਉਣੀ ਚਾਹੂੰ ਵੀ ਘਾਟਾ ਪਿਆ ਜਾਂ ਨਹੀਂ ਪਿਆ। ਇਸ ਰਿਕਾਰਡਿੰਗ ਦੇ ਵਿੱਚ ਉਹ ਇਹ ਬੋਲਦੇ ਪਏ ਆ, ਗੁਰਪਾਲ ਗਰੇਵਾਲ ਸਰਾਭਾ ਵੀਰ ਸਾਡਾ ਬਹੁਤ ਸਤਿਕਾਰਯੋਗ ਹੈ, ਮੈਂ ਕਹਿਣਾ ਨਹੀਂ ਚਾਹੁੰਦਾ ਕੁਛ। ਇਹ ਕਹਿ ਰਿਹਾ ਜੇ 1.5-2 ਲੱਖ ਵੀ ਘਾਟਾ ਹੋਇਆ ਉੱਥੇ ਤਾਂ ਮੈਂ ਪੈਰਾਂ ਥੱਲੋਂ ਦੀ ਲੰਘ ਜੂੰਗਾ। ਹੁਣ ਦੱਸੋ ਗੁਰਪਾਲ ਗਰੇਵਾਲ ਸਰਾਭਾ ਜੀ ਜਿੰਦੂ ਦੇ ਪੈਰਾਂ ਥੱਲੋਂ ਲੰਘਣਾ ਕਿ ਸਾਡੇ? ਇਹ ਵੀ ਗੱਲ ਕਹੀ ਗਈ ਆ ਵੀ ਪ੍ਰਿੰਸ ਨੇ ਸਵਾਲ ਜਵਾਬ ਕਰਨੇ ਆ ਡੋਨੇਸ਼ਨ ਨੂੰ ਲੈ ਕੇ, ਹੋਰ ਗੱਲਾਂ ਨੂੰ ਲੈ ਕੇ। ਇਹ ਵੀ recording ਹੈ। ਤੂੰ ਪਹਿਲੇ ਪ੍ਰਿੰਸ ਤੈਨੂੰ ਟਰਕਾਇਆ ਗਿਆ, ਤੇਰੀ ਟੀਮ ਨੂੰ ਸਾਰਿਆਂ ਨੂੰ ਪਾਸੇ ਕੀਤਾ ਗਿਆ। ਇਸੇ ਬੰਦੇ ਦੀ ਰਿਕਾਰਡਿੰਗ ਹੈ ਕਿ ਪ੍ਰਿੰਸ ਵੀਰ ਤੈਨੂੰ ਤਾਂ ਸਾਈਡ ਤੇ ਕੀਤਾ ਗਿਆ, ਤੂੰ ਬਹੁਤ ਜਲਦੀ ਜਿਹੜੇ ਆ ਸਵਾਲ ਚੱਕਣੇ ਸ਼ੁਰੂ ਕਰਨੇ ਸੀਗੇ। ਇਹ ਰਿਕਾਰਡਿੰਗਾਂ ਸਾਡੇ ਕੋਲ ਸਾਰੀਆਂ ਮੌਜੂਦ ਹੈ। ਸੰਗਤ ਦੇ ਚਰਨਾਂ 'ਚ ਵੀ ਰੱਖ ਦਿਆਂਗੇ ਜੇ ਕੋਈ ਲੈਣਾ ਚਾਹੁੰਦਾ। ਮੀਡੀਆ ਨੂੰ ਤਾਂ ਅਸੀਂ ਜਿਹੜੀ ਹੈ ਰਿਕਾਰਡਿੰਗਾਂ ਦੇਣੀਆਂ ਹੀ ਦੇਣੀਆਂ ਨੇ। ਇੱਕ ਤੁਸੀਂ ਕਹਿੰਦੇ ਹੋ ਵੀ ਸਾਡੇ ਬੰਦਿਆਂ ਨੂੰ ਗਾਲਾਂ ਕੱਢੀਆਂ ਜਿਹੜੇ ਬੇਫਾਰਸ ਸੀਗੇ, ਉਹ ਤੁਸੀਂ ਉਹਨੂੰ ਗਾਲਾਂ ਕੱਢੀਆਂ ਗਈਆਂ ਉੱਤੇ ਭਾਈ। ਬਿਲਕੁਲ ਜੀ ਬਿਲਕੁਲ, ਬਹੁਤ ਜਲਦੀ ਉਹ ਵੀ ਸਬੂਤ ਦੇ ਦੇਣਾ। ਜਿਵੇਂ ਆਪ ਵੀਰ ਕਹਿ ਰਹੇ ਰਿਕਾਰਡਿੰਗਾਂ ਸਾਰੀਆਂ ਰਿਕਾਰਡਿੰਗਾਂ ਅਸੀਂ ਦੇ ਦਈਆਂ ਨੇ।